ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦਸਮ ਕਥਾ ਪਉ ਗਉਤ ਕੀ, ਪਾਖਾ ਕਰੀ ਬਨਾਏ। ਅਵਰ ਬਾਸਨਾ ਨਾਹੀ ਪ੍ਰਭ, ਧਰਮ ਜੁਧ ਕੇ ਚਾਏ। ਧਨ ਜੀਉ ਤਿਹ ਕੋ ਜਗ ਮੈਂ, ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰੈ। ਦੇਹ ਅਨਿਤ ਨਾ ਨਿਤ ਰਹੈ, ਜਸ ਨਾਵ ਚੜ੍ਹੈ ਭਵ ਸਾਗਰ ਤਾਰੇ। ਧੀਰਜ ਤਾਮ ਬਨਾਏ ਇਹ ਤਨ, ਬੁੱਧ ਸੋ ਦੀਪਕ ਜਿਉ ਉਜਿਆਰੈ। ਗਿਆਨ ਹੈ ਕਿ ਵੱਢਣੀ ਮਨਹੁ ਹਾਥ ਲੈ, ਕਾਤਰਤਾ ਕੁਤਵਾਰ ਬੁਹਾਰੈ। ਠਾਢ ਪਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਏ। ਪੰਥ ਚੱਲੈ ਤਬ ਜਗਤ ਮੈਂ, ਜਬ ਤੁਮ ਕਰਹੁ ਸਹਾਏ। ਆਸ ਕਿਰਪਾਨ ਖੰਡਿਉ ਖੜਗ, ਤੁਬਕ ਤਬਰ ਅਰ ਤੀਰ। ਸੈਫ ਸਰੋਹੀ ਸਹਿਥੀ, ਯਹ ਹਮਾਰੇ ਪੀਰ। ਤੀਰ ਤੁਹੀ ਸੈਥੀ ਤੁਹੀ, ਤੁਹੀ ਤਬਰ ਤਰਵਾਰ। ਨਾਮ ਤਿਹਾਰੋ ਜੋ ਜਪੈ, ਭਏ ਸਿੰਧ ਭਵ ਪਾਰ। ਚੋਟ ਪਈ ਦਮਾਮੇ ਦਲਾ ਮੁਕਾਬਲਾ, ਦੇਵੀ ਦਸਤ ਨਚਾਈ ਸੀਹਣ ਸਾਰਦੀ। ਪੇਟ ਮਲੰਦੇ ਲਾਈ, ਮਹਿਖੇ ਦੈਤ ਨੂੰ ਗੁਰਦੇ ਆਂਦਾ ਖਾਈ। ਨਾਲੇ ਰੁਕੜੇ ਜਿਹੀ ਦਿਲ ਵਿੱਚ ਆਈ, ਕਹੀ ਸੁਣਾਏ ਕੈ। ਚੋਟ ਜਾਣ ਦਿਖਾਈ, ਤਾਰੇ ਧੂਮ ਕੇਤ। ਮੁਖ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਦ ਭਰ ਛੰਦ ਜਬ ਗਾਇਓ ਗੋਪਾਲ। ਕੁਪਿਓ ਕਿਰਪਾਲ, ਹਿੰਮਤ ਹੁਸੈਨ। ਜੁਮੈ ਲੁਝੈਨ, ਜਬ ਗਇਓ ਗੋਪਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਗੁਰੂ ਗਰੀਬ ਨਵਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਸਾਹਿਬ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ, ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ, ਜੁਗੋ ਜੁਗ ਅਟਲ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਖਾਲਸਾ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਵਡਭਾਗੀ ਹੋ, ਜੋ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਨਿਤਨੇਮ ਨਾਲ ਹਾਜ਼ਰੀਆਂ ਭਰ ਕੇ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ। ਗੁਰੂ ਸਾਹਿਬ ਜੀ ਨੇ ਬੇਅੰਤ ਬੇਅੰਤ ਕਿਰਪਾ ਕੀਤੀ ਹੈ। ਤੁਰਕੀ ਬਾਣੀ ਦੇ ਜਾਪ, ਪਾਵਨ ਪਵਿੱਤਰ ਹੁਕਮਨਾਮੇ ਸਰਵਣ ਕਰਕੇ, ਸੋ ਦਰ ਰਹਿ ਰਾਜ ਸਾਹਿਬ ਬਾਣੀ ਦੇ ਜਾਪ ਸਰਵਣ ਕਰਕੇ, ਉਸ ਤੋਂ ਉਪਰੰਤ ਗੁਰਮੰਤਰ ਦਾ ਸਿਮਰਨ ਅਭਿਆਸ ਕਰਕੇ ਆਪ ਸੰਗਤਾਂ ਨੇ ਲਾਹਾ ਲਿਆ ਹੈ। ਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ ਜੋ ਕਲਗੀਧਰ ਪਿਤਾ ਮਹਾਰਾਜ ਜੀ ਦੀ ਬਾਣੀ ਦੀ ਕਥਾ ਆਪਾਂ ਸਰਵਣ ਕਰ ਰਹੇ ਹਾਂ। ਹੁਣ ਉਸ ਬਾਣੀ ਦੀ ਕਥਾ ਸਰਵਣ ਕਰਨ ਦਾ ਸਮਾਂ ਹੋਇਆ ਹੈ। ਜਿਵੇਂ ਜੋ ਦਿਲਾਵਰ ਖਾਂ ਹੈ, ਉਹਦਾ ਪੁੱਤਰ ਰੁਸਤਮ ਰਾਏ ਖਾਂ, ਜਿਹੜਾ ਅਨੰਦਪੁਰ ਸਾਹਿਬ 'ਤੇ ਚੜ੍ਹਾਈ ਕਰਕੇ ਆਇਆ ਸੀ ਅਤੇ ਉਹਦੀ ਕੋਈ ਵਾਹ ਪੇਸ਼ ਨਾ ਚੱਲੀ ਅਨੰਦਪੁਰ ਸਾਹਿਬ ਤੋਂ, ਅਤੇ ਇੱਥੋਂ ਜਦੋਂ ਅਨੰਦਪੁਰ ਸਾਹਿਬ ਦੇ ਪਾਸ ਪਹੁੰਚਿਆ, ਇਹਨਾਂ ਪਠਾਣਾਂ ਨੇ ਬੜੀਆਂ ਹੁੰਕਾਰਾਂ ਜਿਹੀਆਂ ਮਾਰੀਆਂ। ਉੱਧਰ ਜਦੋਂ 2 ਘੜੀਆਂ ਰਾਤ ਬੀਤੀ ਸੀ, ਅਜੇ ਸਾਰੇ ਕੋਈ ਸੌਤੇ ਵੀ ਨਹੀਂ ਸਨ, ਉੱਠੇ ਹੀ ਸਨ। ਅਨੰਦਪੁਰ ਸਾਹਿਬ ਦੇ ਵਾਸੀ ਹੋਰ ਗੁਰੂ ਕੇ ਸਿੱਖ ਸੂਰਮੇ ਭਾਈ ਆਲਮ ਸਿੰਘ ਨੇ ਗੁਰੂ ਮਹਾਰਾਜ ਜੀ ਨੂੰ ਖਬਰ ਦਿੱਤੀ, ਜਿਸ ਕਰਕੇ ਇੱਧਰੋਂ ਵੀ ਸੂਰਮੇ ਤਗੜੇ ਹੋ ਗਏ ਅਤੇ ਰੁਸਤਮ ਖਾਂ ਜਿਹੜਾ ਸੀ ਬਿਨਾਂ ਜੰਗ ਤੋਂ ਹੀ ਵਾਪਸ ਮੁੜ ਗਿਆ। ਅਤੇ ਜਿਹੜਾ ਬਾਵਰ ਪਿੰਡ ਹੈ, ਇੱਥੇ ਜਾ ਕੇ ਲੁੱਟਮਾਰ ਕੀਤੀ। ਇਹ ਵਾਪਸ ਜਦੋਂ ਚਲਾ ਗਿਆ ਐਵੇਂ ਹੀ ਆਪਣੇ ਸੂਰਮਿਆਂ ਦਾ ਕੁਝ ਜਾਣੇ ਦਾ ਨਾਸ਼ ਕਰਵਾ ਕੇ, ਅਤੇ ਇਹਦੇ ਪਿਓ ਦਿਲਾਵਰ ਖਾਂ ਨੇ ਇਹਨੂੰ ਬੜਾ ਡਾਂਟਿਆ ਤਾੜਿਆ ਵੀ ਤੂੰ ਕਾਹਦਾ ਮੇਰਾ ਪੁੱਤਰ ਹੈ, ਤੂੰ ਤੇ ਲੜ ਕੇ ਜੰਗ ਨਹੀਂ ਕਰਕੇ ਆਇਆ ਹੈ, ਸ਼ਿਕਸਤ 'ਤੇ ਕੀ ਦੇਣੀ ਹੈ, ਤੂੰ ਤਾਂ ਜੰਗ 'ਚ ਵੀ ਕਿਸੇ ਜੋਗਾ ਨਹੀਂ ਹੈ। ਜਦੋਂ ਇਹਨੂੰ ਡਾਂਟਾ ਡੂੰਟਾ ਮਾਰਿਆ ਸੀ, ਉੱਧਰ ਹੁਸੈਨੀ ਖਾਂ ਜਿਹੜਾ ਇਹਦਾ ਗੁਲਾਮ ਦਾਸ, ਉਹਨੇ ਸੁਣਿਆ। ਫਿਰ ਉਹਨੇ ਆਪਣੇ ਡੋਲਿਆਂ ਦੇ ਬਾਹਾਂ ਦੇ ਉੱਪਰ ਹੱਥ ਜਿਹੇ ਮਾਰੇ, ਆਪਣੀ ਛਾਤੀ ਨੂੰ ਠੋਕ ਕੇ ਕਿਹਾ ਵੀ ਮੈਨੂੰ ਭੇਜੋ, ਜਿਸ ਕਰਕੇ ਉਹ ਸਿਪਾਹੀ 2000 ਦੇ ਕਰੀਬ ਲੈ ਕੇ ਚੱਲ ਪਿਆ ਸੀ। ਜੋ ਪਹਾੜ ਦਾ ਇਲਾਕਾ ਲੁੱਟਣਾ ਨੇ ਸ਼ੁਰੂ ਕਰ ਦਿੱਤਾ। ਦੂਣ ਦੇ ਇਲਾਕੇ ਲੁੱਟ ਲਏ। ਲੁੱਟਦਾ ਲੁੱਟਦਾ ਗੋਪਾਲ ਚੰਦ ਦੇ ਨਾਲ ਮਿਲਾਪ ਕੀਤਾ। ਗੋਪਾਲ ਚੰਦ, ਗੁਲੇਰੀਆ, ਰਾਮ ਸਿੰਘ, ਇਹ ਫਿਰ ਦੋਵੇਂ ਇਹਨੂੰ ਮਿਲਣ ਆਏ। ਜਦੋਂ ਇਹ ਦੋਵੇਂ ਮਿਲਣ ਆਏ, ਇਹਨੇ ਇਹਨਾਂ ਨੂੰ ਨਿਗਾਹ ਥੱਲੇ ਨਹੀਂ ਲਿਆਂਦਾ ਹੁਸੈਨੀ ਖਾਂ ਨੇ, ਕਿਉਂਕਿ ਇਹਦੇ ਨਾਲ ਕਿਰਪਾਲ ਚੰਦ ਕਟੌਚੀਆ, ਕਹਿਲੂਰੀਆ, ਜਿਹੜਾ ਭੀਮ ਚੰਦ ਉਹ ਸੀ, ਅਤੇ ਕਿਰਪਾਲ ਚੰਦ ਜਿਹੜਾ ਗੋਪਾਲ ਚੰਦ 'ਤੇ ਬਹੁਤ ਕੌੜਦਾ ਸੀ ਅੰਦਰੋਂ ਅੰਦਰੇ, ਜਿਸ ਕਰਕੇ ਗੋਪਾਲ ਚੰਦ ਨੂੰ ਭੀਮ ਚੰਦ ਨੇ ਪਹਿਲਾਂ ਬੁਲਾਇਆ ਵੀ ਆਪਣੇ ਕੋਲ। ਗੁਰੂ ਕਾ ਸਿੰਘ ਭਾਈ ਸੰਗਤੀਆ ਸਿੰਘ ਉਹ ਵਿੱਚ ਪੈ ਕੇ ਲੈ ਕੇ ਵੀ ਆਇਆ, ਪਰ ਇੱਧਰੋਂ ਗੋਪਾਲ ਚੰਦ ਨੂੰ ਘੇਰੇ ਕਰਨ ਵਿੱਚ ਕਿਰਪਾਲ ਚੰਦ ਦੀ ਸਾਜ਼ਿਸ਼ ਸੀ ਵੀ ਜਾਂ ਹੁਣ ਸਮਾਂ ਹੱਥ ਨਹੀਂ ਆਉਂਦਾ ਹੁੰਦਾ ਬਾਰ-ਬਾਰ,
ਇਸ ਕਰਕੇ ਗੋਪਾਲ ਨੂੰ ਤੇ ਜਾਂ ਤੇ ਫੜ ਲੈਣਾ ਚਾਹੀਦਾ, ਫੜ ਕੇ ਕੈਦ ਕਰ ਲੈਣਾ ਚਾਹੀਦਾ, ਨਹੀਂ ਤੇ ਇਹਨੂੰ ਮਾਰ ਦੇਣਾ ਚਾਹੀਦਾ। ਇੱਧਰ ਗੁਰਪਾਲ ਚੰਦ ਵੀ ਬੜਾ ਸਿਆਣਾ ਸੀ ਗੁਲੇਰੀਆ। ਜਦੋਂ ਇਹਨੂੰ ਥੋੜ੍ਹੀ ਜਿਹੀ ਭਣਕ ਕਣਸੋਝ ਕਰਨੀ ਪਈ ਅਤੇ ਇਹਨੇ ਮੌਕਾ ਸੰਭਾਲਿਆ। ਇਹ ਛੱਡ ਕੇ ਇੱਧਰੋਂ ਭੀਮ ਚੰਦ ਦੇ ਪਾਸਿਓਂ ਆਪਣਾ ਲੇਖਾ ਜੋਖਾ ਜਾ ਅਤੇ ਇੱਧਰ ਨੱਠ ਕੇ ਆਪਣੇ ਦਲ ਵਿੱਚ ਆ ਗਿਆ। ਇਹਨੂੰ ਝਾਕ ਸੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮੈਂ ਸ਼ਰਨ ਲਵਾਂਗਾ, ਜਿਸ ਕਰਕੇ ਇਹਦਾ ਇੱਧਰ ਧਿਆਨ ਸੀ ਅਤੇ ਇਹ ਵਾਪਸ ਆ ਗਿਆ ਗੋਪਾਲ ਚੰਦ। ਇੱਧਰ ਜਿਹੜਾ ਹੁਸੈਨੀ ਹੈ, ਇਹ ਤਾਂ ਕੋਈ ਰਾਜਨੀਤੀ ਇਹੋ ਜਿਹੀ ਕੋਈ ਜਾਣਦਾ ਜੂੰਦਾ ਨਹੀਂ, ਜਿਸ ਕਰਕੇ ਇਹਦੇ ਇਹੋ ਜਿਹਾ ਹੀ ਸੀ। ਇੱਧਰ ਜਿਹੜਾ ਗੁਰਪਾਲ ਚੰਦ ਕਟੌਚੀਆ, ਇਹ ਬੜਾ ਔਖਾ ਹੋਇਆ। ਜਦੋਂ ਗੋਪਾਲ ਚੰਦ ਮੁੜ ਗਿਆ ਹੈ ਅਤੇ ਕਿਰਪਾਲ ਚੰਦ ਨੂੰ ਬੜਾ ਗੁੱਸਾ ਚੜ੍ਹ ਗਿਆ, ਜਿਸ ਕਰਕੇ ਇਹਨੇ ਫਿਰ ਲੋਹਾ ਲਿਆ। ਪਹਿਲਾਂ ਤਾਂ ਦੂਜੇ ਲੜ ਰਹੇ ਸਨ, ਜਦੋਂ ਉਹਨਾਂ ਕੁਝ ਨਾ ਸਰਿਆ ਫਿਰ ਇਹ ਕਿਰਪਾਲ ਚੰਦ ਸਿੱਧਾ ਹੋ ਕੇ ਸੱਜ ਧੱਜ ਕੇ ਘੋੜੇ 'ਤੇ ਉੱਪਰ ਸ਼ਸਤਰਾਂ ਸਮੇਤ ਫੌਜ ਲੈ ਕੇ ਆ ਗਿਆ। ਉਹ ਆਪਾਂ ਜਿਹੜਾ ਹੈ ਵਿਚਿੱਤਰ ਨਾਟਕ ਬਾਣੀ ਦੀ ਕਥਾ ਦਾ ਪ੍ਰਸੰਗ ਸਰਵਣ ਕਰ ਰਹੇ ਹਾਂ। ਜਿਵੇਂ ਜਿੱਥੋਂ ਪ੍ਰਸੰਗ ਕਰ ਛੱਡਿਆ ਸੀ, ਇਸ ਅਧਿਆਏ ਦਾ 15 ਜਿਹੜੇ ਹੈ ਛੰਦ ਹੋ ਚੁੱਕੇ ਆ। ਮੱਧ ਭਰ ਛੰਦ ਅੱਜ ਪ੍ਰਾਰੰਭ ਹੋ ਰਿਹਾ ਹੈ। ਜਿਵੇਂ ਕਥਾ ਵਿਚਾਰ ਆਉਂਦੀ ਆਪਾਂ ਸਰਵਣ ਕਰੀਏ। ਕਥਾ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਨਵਾਓ ਸੀਸ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੱਧ ਭਰ ਛੰਦ ਜਬ ਗਇਓ ਗੋਪਾਲ। ਇਸ ਤਰ੍ਹਾਂ ਜਦੋਂ ਗੋਪਾਲ ਚੰਦ ਗੁਲੇਰੀ ਨੂੰ ਇਹ ਕਣਸੋਝ ਹੀ ਪਈ ਕਿ ਮੈਨੂੰ ਇਹ ਕਿਰਪਾਲ ਚੰਦ ਹੁਣ ਜਾਂ ਫੜ ਲੈਣਗੇ ਜਾਂ ਮਾਰ ਦੇਣਗੇ, ਇਸ ਕਰਕੇ ਭੱਜ ਕੇ ਆਪਣੇ ਦਲ ਵਿੱਚ ਚਲਾ ਗਿਆ। ਜਦੋਂ ਇਹ ਗੋਪਾਲ ਚੰਦ ਇੱਥੋਂ ਨਿਕਲ ਕੇ ਆਪਣੇ ਦਲ ਵਿੱਚ ਚਲਾ ਗਿਆ, ਕੁਪਿਓ ਕਿਰਪਾਲ। ਕਿਰਪਾਲ ਚੰਦ ਕਟੌਚੀਆ ਕਾਂਗੜ ਰਿਆਸਤ ਦਾ ਰਾਜਾ, ਇਹ ਬੜਾ ਫਿਰ ਗੁੱਸੇ ਵਿੱਚ ਹੋਇਆ, ਬੜਾ ਕ੍ਰੋਧੀ ਹੋਇਆ। ਹਿੰਮਤ ਹੁਸੈਨ। ਉਸ ਵੇਲੇ ਜਿਹੜਾ ਹੁਸੈਨੀ ਖਾਂ ਸੀ ਗੁਲਾਮ ਦਿਲਾਵਰ ਖਾਂ ਦਾ, ਉਹਦਾ ਇੱਕ ਸਿਪਾਹੀ ਹਿੰਮਤ ਕਰਕੇ ਜੁਮੈ ਲੁਝਾਨਾ ਤੇ ਉਹ ਲੜਨ ਲਈ ਤੁਰ ਪਿਆ। ਕਰਕ ਗੁਮਾਨਾ। ਜੁਮੈ ਲੁਝੈਣ, ਲੁਝੈਣ ਕਹੀਏ ਵੀ ਲੜਨ ਵਾਸਤੇ ਜੁਮੇ ਤੁਰ ਪਿਆ। ਕਰਕ ਗੁਮਾਨਾ। ਬਹੁਤ ਹੀ ਜਿਹੜਾ ਨਾ ਗੁਮਾਨ ਹੰਕਾਰ ਕਰਕੇ ਹੈਂਕੜਬਾਜੀ ਵਿੱਚ ਜੁਮੈ ਜਵਾਨਾ। ਹੋਰ ਵੀ ਸੂਰਮੇ ਜੰਗ ਵਾਸਤੇ ਜਿਹੜੇ ਚੜ੍ਹਦੀ ਜਵਾਨੀ ਵਾਲੇ ਸੂਰਬੀਰ ਜਵਾਨ ਜੁਮੇ ਕਹੀਏ ਉਹ ਵੀ ਤੁਰ ਪਏ। ਬੱਜੇ ਤਬਲ। ਜਦੋਂ ਜੰਗ ਕਰ ਲਈ ਤੁਰੇ ਐ ਤੇ ਤਬਲ ਜਿਹੜੇ ਤਬਲੇ ਐ ਨਗਾਰੇ ਐ ਉਹ ਬੜੇ ਵੱਜੇ ਧੁਕ ਧੁਕ ਕਰਕੇ। ਦੁੰਦਬ ਦੁੰਦਬ ਦਬਲ। ਦੁੰਦਬ ਦੁੰਦਬੀਆਂ ਛੋਟੇ ਨਗਾਰੇ ਦਬਲ ਉਹ ਵੀ ਦਬ ਦਬ ਕਰਕੇ ਬੜੇ ਵੱਜੇ ਹਨ। ਵੱਜੇ ਨਿਸ਼ਾਨ। ਚੰਗੇ ਵੱਡੇ ਵੱਡੇ ਨਿਸ਼ਾਨ ਨਗਾਰੇ ਉਹ ਵੀ ਵੱਜੇ ਹਨ। ਨੱਚੇ ਕਿਕਾਣ। ਸੂਰਮਿਆਂ ਨੂੰ ਤੇ ਮਸਤੀ ਚੜ੍ਹਨੀ ਚੜ੍ਹਨੀ ਹੈ, ਜਿਸ ਕਰਕੇ ਜਿਹੜੇ ਕਿਕਾਣ ਘੋੜੇ ਹੈ
ਉਹ ਵੀ ਉੱਥੇ ਨੱਚੇ ਟੱਪੇ ਹਨ, ਤਾਂ ਨੂੰ ਉਹਨਾਂ ਨੇ ਪੌੜਜੇ ਚੁੱਕੇ ਹੈ। ਬਾਹੈ ਤੜਾਕ ਜੰਗ ਸ਼ੁਰੂ ਹੋ ਗਿਆ, ਜਿਹੜੀਆਂ ਗੋਲੀਆਂ ਬੰਦੂਕਾਂ ਵਿੱਚੋਂ ਤੜਾਕ ਤੜਾਕ ਕਰਕੇ ਨਿਕਲਦੀਆਂ ਚਲਾਉਂਦੇ ਹਨ। ਉਠੈ ਕੜਾਕ ਸ਼ਸਤਰਾਂ ਦੀ ਜਿਹੜੀ ਕੜਾਕ ਹੈ, ਕੜ ਕੜ ਕਰਕੇ ਆਵਾਜ਼ ਉੱਠਦੀ ਹੈ। ਬੱਜੇ ਨਿਸੰਗ ਐਵੇਂ ਸੂਰਮੇ ਯੋਧੇ ਨਿਸੰਗ ਹੋ ਕੇ ਵੱਜੇ ਹੈ, ਖੜਕਦੇ ਆਪੋ ਵਿੱਚ, ਇੱਕ ਦੂਸਰੇ ਦੇ ਵਿੱਚ ਵੱਜਦੇ ਹਨ। ਗੱਜੇ ਨਿਹੰਗ ਨਿਹੰਗ ਕਹਿੰਦਾ ਸੂਰਮੇ ਨੂੰ, ਇਹ ਸੂਰਮੇ ਬੜਾ ਗੱਜਦੇ ਉੱਥੇ। ਛੁੱਟਾ ਕਿਰਪਾਨ ਕਿਰਪਾਨਾਂ ਜਿਹੜੀਆਂ ਉਹ ਛੁੱਟਦੀਆਂ ਚਲਾਉਂਦੇ ਇੱਕ ਦੂਸਰੇ ਉੱਪਰ ਕੜਕ ਕੜਕ ਕਰਕੇ। ਲਿਟੈ ਜਵਾਨ ਜਿਹੜੇ ਜਵਾਨ ਸੂਰਮੇ ਆ ਉਹ ਲੜਦਿਆਂ ਲੜਦਿਆਂ ਧਰਤੀ ਤੇ ਲਿਟੇ ਪਏ, ਮਰੇ ਪਏ, ਲੁੱਥ ਪੁੱਥ ਹੋਏ ਪਏ ਹਨ। ਤੁਪਕ ਤੜਾਕ ਬੰਦੂਕਾਂ ਵਿੱਚੋਂ, ਜਿਹੜੀ ਤੁਪਕਾਂ ਕਹਿੰਦਾ ਬੰਦੂਕ ਨੂੰ, ਬੰਦੂਕ ਵਿੱਚੋਂ ਜਿਹੜੀਆਂ ਗੋਲੀਆਂ ਉਹ ਤੜ ਤੜ ਕਰਕੇ ਚੱਲਦੀਆਂ ਹਨ। ਕੈਬਰ ਕੈਬਰ ਕੜਾਕ ਤੀਰ ਜਿਹੜੇ ਕਮਾਨਾਂ 'ਚ ਛੁੱਟਦੇ ਆ, ਕੜ ਕੜ ਕਰਕੇ, ਕੜਕ ਕੜਕ ਕਰਕੇ, ਸਰ ਸਰ ਦੀ ਆਵਾਜ਼ ਆਉਂਦੀ ਹੈ। ਸਹਥੀ ਸੜਾਕ ਜਿਹੜੀਆਂ ਸਹਿਥੀਆਂ ਬਰਸ਼ੀਆਂ ਇਹ ਸਰਰ ਸਰਰ ਕਰਕੇ ਵੱਜਦੀਆਂ ਹਨ। ਸ਼ਾਹੀ ਛੜਾਕ ਸ਼ੌਹੀ ਜਿਹੜੀਆਂ ਛਵੀਆਂ ਇਹ ਛਵੀ ਹੁੰਦੇ ਇੱਕ ਹਥਿਆਰ, ਉਹ ਛੜ ਛੜ ਕਰਦੀਆਂ ਹਨ। ਗੱਜੇ ਸੋ ਵੀਰ ਸੂਰਬੀਰ ਡਰੇ ਨਹੀਂ ਹੈ ਵੀ ਲੜਾਈ ਹੋ ਗਈ ਹੈ ਬਚਾਂਗੇ ਨਹੀਂ, ਸਗੋਂ ਹੀ ਗੱਜੇ ਆ ਵੀਰਸ ਵਿੱਚ। ਬੱਜੇ ਗਹੀਰ ਬਹੁਤ ਜਿਹੜੇ ਗੰਭੀਰ ਗੰਭੀਰ ਨਾ ਤਗੜੇ ਤਗੜੇ ਸੂਰਮੇ ਹੈ, ਉਹ ਵੀ ਉੱਥੇ ਇੱਕ ਦੂਜੇ ਵਿੱਚ ਵੱਜੇ ਐ, ਸਿੱਧੇ ਹੋ ਕੇ ਲੜੇ ਹਨ। ਵਿਚਰੇ ਨਿਹੰਗ ਨਿਹੰਗ ਜੰਗ ਦੇ ਮੈਦਾਨ ਵਿੱਚ ਯੋਧੇ ਇੱਧਰ ਉੱਧਰ ਫਿਰਦੇ ਟਹਿਲਦੇ। ਜੈਸੇ ਪਲੰਗ ਅੱਜ ਇਸ ਤਰ੍ਹਾਂ ਚਿਤਰਾ ਹੁੰਦਾ ਨਾ, ਮਾਸ ਨੂੰ ਖਾਣ ਵਾਲਾ ਸ਼ਿਕਾਰੀ ਨੂੰ ਫੜਦਾ ਫਿਰਦਾ ਹੈ, ਇਸ ਤਰ੍ਹਾਂ ਜਿਵੇਂ ਚਿਤਰੇ ਫਿਰਦੇ ਆ ਐਵੇਂ ਸੂਰਮੇ ਫਿਰਦੇ ਆ। ਪਲੰਗ ਦਾ ਅਰਥ ਚਿੜੇ ਵੀ ਹੁੰਦਾ, ਜਿਵੇਂ ਚਿੜੇ ਫਿਰਦੇ ਹਨ। ਹੁੰਕੇ ਕਿਕਾਣ ਹੁੰਕੇ ਕਿਕਾਣ ਘੋੜੇ ਜਿਹੜੇ ਉੱਥੇ ਹਿਣਕਦੇ ਹਨ। ਧੁੱਕੇ ਨਿਸ਼ਾਨ ਨਿਸ਼ਾਨ ਨਗਾਰੇ ਧੁਕ ਧੁਕ ਕਰਕੇ ਵੱਜਦੇ, ਧਕ ਧਕ ਦੀ ਆਵਾਜ਼ ਹੁੰਦੀ ਹੈ। ਬਾਹੈ ਤੜਾਕ ਐਵੇਂ ਸੂਰਮੇ ਜਿਹੜੇ ਸ਼ਸਤਰ ਤੜਾਕ ਤੜਾਕ ਕਰਦੇ ਵਾਹੁੰਦੇ ਆ, ਜਾਂ ਤੜਾਕ ਤੜਾਕ ਨਾਮ ਵੀ ਜਿਵੇਂ ਬੰਦੂਕ ਚੱਲਦੀ, ਜਦੋਂ ਗੋਲੀਆਂ ਤੜ ਤੜ ਕਰਕੇ ਚੱਲਦੀਆਂ ਹਨ। ਚੱਲੈ ਚੜਾਕ ਜਿਹੜੇ ਅਗਲੇ ਸੂਰਮੇ ਉਹ ਸ਼ਸਤਰਾਂ ਦੇ ਵਾਰਾਂ ਨੂੰ ਚੜਾਕ ਕਹੀਏ ਝਟਪਟ ਝੱਲਦੇ ਆ, ਹਿੱਕ ਤੇ ਖਾਂਦੇ ਹਨ। ਜੁਝੇ ਨਿਹੰਗ ਸੂਰਮੇ ਨਿਹੰਗ ਜੁਝੇ ਉਹ ਲੜਦੇ ਆ, ਤੇ ਲੜ ਲੜ ਕੇ ਜੁਝੇ ਕਈਏ ਸ਼ਹੀਦ ਹੋ ਰਹੇ ਆ। ਲਿਟੇ ਮਿਲੰਗ ਮਿਲੰਗ ਨਹੀਂ ਮਲੰਗ, ਤੇ ਉਹ ਸਾਰੇ ਲਿਟੇ ਹੋਏ ਆ ਮਲੰਗਾਂ ਵਾਂਗ। ਜਿਵੇਂ ਮਲੰਗ ਇੱਕ ਸਾਧੂ ਫਿਰਕਾ ਹੈ ਮੁਸਲਮਾਨਾਂ ਵਿੱਚ, ਜਿਹੜੇ ਭੰਗ ਪੀ ਕੇ ਤੇ ਲੇਟੇ ਰਹਿੰਦੇ ਆ ਮਸਤੀ ਵਿੱਚ। ਜਿਵੇਂ ਮਲੰਗ ਭੰਗ ਪੀ ਕੇ ਲੇਟੇ ਹੁੰਦੇ ਆ, ਇਵੇਂ ਸੂਰਮੇ ਸ਼ਸਤਰਾਂ ਦੇ ਵਾਰ ਖਾ ਖਾ ਕੇ ਮੈਦਾਨ ਵਿੱਚ ਲਿਟੇ ਹੋਏ, ਮਾਨੋ ਮਲੰਗੀ ਪਏ ਹੋਏ, ਭੰਗ ਪੀਤੀ ਹੋਈ ਹੈ। ਖੁੱਲੇ ਕਿਸਾਰ ਉਹ ਜਿਹੜੇ ਡਿੱਗੇ ਆ ਉਹਨਾਂ ਦੇ ਸਿਰਾਂ ਤੋਂ ਪਗੜੀਆਂ ਟੋਪਦੇ ਲੱਥ ਗਏ ਆ, ਜਿਸ ਕਰਕੇ ਉਹਨਾਂ ਦੇ ਕੇਸ ਸੂਰਮਿਆਂ ਦੇ ਖੁੱਲੇ ਹੈ ਖਿਲਰੇ ਪਏ ਹਨ। ਜਨ ਜਟਾ ਧਾਰ ਮਾਨੋ ਜਿਵੇਂ ਕੋਈ ਜਟਾਧਾਰੀ ਸਾਧੂ ਉਹ ਲੇਟਿਆ ਹੋਵੇ ਜਾਂ ਜੜਾਵਾਂ ਖੁੱਲੀਆਂ ਹੋਣ, ਜਿਵੇਂ ਬੜੀਆਂ ਬੜੀਆਂ ਵੱਡੀਆਂ ਜਟਾਵਾਂ, ਐਵੇਂ ਕੇਸ ਖੁੱਲੇ ਪਏ ਆ ਜਟਾਧਾਰੀ ਸਾਧੂ ਵਾਂਗ। ਸੱਜੇ ਰਜਿੰਦਰ ਰਾਜੇ ਜਿਹੜੇ ਆ ਜੰਗ ਵਿੱਚ ਸੱਜੇ ਹੋਏ ਆ, ਤਿਆਰ ਬਰ ਤਿਆਰ ਹਨ। ਗੱਜੇ ਗਜਿੰਦਰ ਵੱਡੇ ਵੱਡੇ ਜਿਹੜੇ ਹਾਥੀ ਹੈ, ਤੇ ਉਹ ਹਾਥੀ ਗੱਜ ਰਹੇ, ਆਪਣੀਆਂ ਆਵਾਜ਼ਾਂ ਕੱਢਦੇ ਵਨ ਸਵੰਨੀਆਂ। ਉਤਰੇ ਖਾਨ ਜਿਹੜੇ ਖਾਨ ਪਠਾਨ ਬਹਾਦਰ ਬਣੇ ਆ, ਉਹ ਆਪਣੇ ਆਪਣੇ ਲੜਨ ਵਾਸਤੇ
ਸਾਧਨਾ ਤੋਂ ਉਤਰੇ ਆ ਜਾਂ ਜੰਗ ਦੇ ਮੈਦਾਨ ਵਿੱਚ ਉਤਰੇ ਲਹੇ ਆ ਲੈ ਲੈ ਕਮਾਨ ਤੇ ਕਮਾਣਾ ਆਪਣੀਆਂ ਲੈ ਲੈ ਕੇ। ਇੱਕ ਹੁੰਦਾ ਧਨਖ, ਇੱਕ ਹੁੰਦਾ ਕਮਾਨ। ਧਨਖ ਜਿਹੜਾ ਵੱਡਾ ਹੁੰਦਾ ਹੈ ਉਹ ਚਲਾਉਣਾ ਥੋੜ੍ਹਾ ਔਖਾ, ਕਮਾਨ ਜਿਹੜਾ ਥੋੜ੍ਹਾ ਸੌਖਾ ਚਲਾਉਣਾ ਹੈ। ਕਮਾਨਾਂ ਲੈ ਲੈ ਕੇ ਖਾਨ ਪਠਾਨ ਉਤਰੇ ਜੰਗ ਵਿੱਚ। ਤਿਰਭੰਗੀ ਛੰਦ ਕੁਪਿਓ ਕਿਰਪਾਲੰ ਸੱਜ ਮਰਾਲੰ। ਜਦੋਂ ਫਿਰ ਐਵੇਂ ਘਮਸਾਨ ਦਾ ਜੰਗ ਮੱਚਿਆ, ਇੱਧਰ ਜੋ ਕਿਰਪਾਲ ਚੰਦ ਸੀ ਕਟੌਚੀਆ, ਕੁਪਿਓ ਕਹੀਏ ਬੜਾ ਕ੍ਰੋਧ ਵਿੱਚ ਆ ਗਿਆ। ਕ੍ਰੋਧ ਵਿੱਚ ਭਰ ਕੇ ਤੇ ਮਰਾਲੰ ਆਪਣੇ ਘੋੜੇ ਤੇ ਸੱਜ ਗਿਆ, ਚੜ ਗਿਆ ਜੰਗ ਕਰਨ ਨੂੰ। ਬਾਹ ਵਿਸਾਲੰ ਧਰ ਢਾਲੰ। ਜਿਹਦੀਆਂ ਬੜੀਆਂ ਲੰਬੀਆਂ ਬਾਹਾਂ ਹੈ ਤੇ ਹੱਥਾਂ ਵਿੱਚ ਉਹਨੇ ਢਾਲ ਜਿਹੜੀ ਧਾਰ ਲਈ, ਢਾਲ ਲੈ ਲਈ ਹੈ। ਧਾਏ ਸਭ ਸੂਰੰ ਰੂਪ ਕਰੂਰੰ। ਇਹਦੇ ਨਾਲ ਹੋਰ ਵੀ ਸੂਰਮੇ ਸਾਰੇ ਜਿਹੜੇ ਨਾ ਧਾਏ ਕਹੀਏ ਉਹ ਵੀ ਦੌੜੇ ਦੇ ਨਾਲ ਚੱਲੇ ਹੈ ਤੇ ਜਿਨ੍ਹਾਂ ਦੇ ਕਰੂਰੰਗ ਬੜੇ ਭਿਆਨਕ ਰੂਪ ਧਾਰੇ ਹੋਏ, ਬੜੇ ਡਰਾਉਣੇ ਐ ਬਹੁਤ ਲਾਲੋ ਲਾਲ ਹੋਏ ਪਏ ਐ। ਚਮਕਤ ਨੂਰੰ ਮੁਖ ਲਾਲੰ। ਮੁੱਖ ਮੂੰਹ ਲਾਲ ਹੈ, ਲਾਲੋ ਲਾਲ ਹੋ ਪਏ ਐ, ਭਾਵ ਗੁੱਸੇ ਵਿੱਚ ਬੜੇ ਐ। ਨੂਰ ਚਮਕਦਾ ਹੈ, ਕ੍ਰੋਧੀ ਲਾਲੀ ਚਮਕਦੀ ਹੈ। ਲਾ ਲਾ ਸੋ ਕਿਰਪਾਨੰ ਬਾਣ ਕਮਾਨੰ। ਕਿਸੇ ਨੇ ਆਪਣੇ ਹੱਥਾਂ ਵਿੱਚ ਕਿਰਪਾਨ ਲੈ ਲਈ ਹੈ, ਕਿਸੇ ਨੇ ਧਨਖ ਤੇ ਤੀਰ ਲੈ ਲਏ ਹੈ। ਸੱਜੇ ਜਵਾਨੰ ਤਨ ਤਤੰ। ਸੂਰਵੀਰ ਜਵਾਨ ਰਣ ਤੱਤੇ ਵਿੱਚ ਸੱਜ ਗਏ ਹੈ, ਜਿਨ੍ਹਾਂ ਦੇ ਸਰੀਰ ਬੜੇ ਤੱਤੇ ਹੈ, ਤੇਜ ਤਰਾਰੇ, ਸਰੀਰ ਬੜੇ ਤਪੇ, ਬੜੇ ਗਰਮ ਹੋਏ ਪਏ ਆ ਬੀਰ ਰਸ ਨਾਲ। ਰਣ ਰੰਗ ਕਲੋਲੰ ਮਾਰਹੀ ਬੋਲੰ। ਰਣ ਜੰਗ ਦੇ ਰੰਗ ਕਹੀਏ ਪ੍ਰੇਮ ਵਿੱਚ ਹੀ ਕਲੋਲਾਂ ਕਰਦੇ ਐ, ਜੰਗ ਦੇ ਰੰਗ ਵਿੱਚ ਹੀ ਰੰਗੇ ਹੋਏ ਕਲੋਲਾਂ ਕਰਦੇ ਐ। ਮਾਰ ਹੀ ਬੋਲੰ ਤੇ ਵਿੱਚ ਜੰਗ ਦੇ ਬੋਲਦੇ ਕੀ ਆ, ਮਾਰ ਲਓ ਇਹਨਾਂ ਨੂੰ, ਮਾਰ ਲਓ, ਇਹ ਇੱਕ ਦੂਜੇ ਨੂੰ ਬੋਲਦੇ ਹਨ। ਜਨ ਗਜ ਡੋਲੰ ਬਨ ਮਤੰ। ਐਵੇਂ ਉਹ ਕਹਿੰਦੇ ਉਹ ਤੁਰੇ ਫਿਰਦੇ ਜੰਗ ਵਿੱਚ, ਮਾਨੋ ਜਿਵੇਂ ਹਾਥੀ ਬਣ ਕਈ ਜੰਗਲ ਵਿੱਚ ਮਸਤਿਆ ਹੋਇਆ ਡੋਲਦਾ ਫਿਰਦਾ, ਇੱਧਰ ਤੁਰਿਆ ਫਿਰਦਾ ਨਾ ਹਾਥੀ ਫਿਰਦਾ ਹੋਵੇ ਜੰਗਲ ਵਿੱਚ, ਐਵੇਂ ਹਾਥੀਆਂ ਵਾਂਗੂ ਸੂਰਮੇ ਡੋਲਦੇ ਫਿਰਦੇ ਆ, ਮਹਾਰਾਜ ਕਹਿੰਦੇ ਹੈ। ਭੁਜੰਗ ਛੰਦ ਤਬ ਕੋਪਿਯੰ ਕਾਂਗੜੇ ਸੰਕਟੋਚੰ। ਫਿਰ ਪੂਰੀ ਤਿਆਰੀ ਕਰ ਲਈ। ਕਾਂਗੜੇ ਸਿੰਘ, ਕਾਂਗੜ ਦਾ ਈਸ਼ ਰਾਜਾ, ਇਹ ਜਿਹੜਾ ਕਟੌਚੀਆ ਕਿਰਪਾਲ ਚੰਦ ਹੈ, ਤਦੋਂ ਬਹੁਤ ਗੁੱਸੇ ਵਿੱਚ ਭਰ ਗਿਆ। ਮੁਖੰ ਰਗਤ ਨਾਨੰ ਤਜੇ ਸਰਬ ਸੋਚੰ। ਜੰਗ ਦੇ ਮੈਦਾਨ ਵਿੱਚ ਆ ਗਿਆ ਤੇ ਮੂੰਹ ਇਹਦਾ ਬੜਾ ਲਾਲ ਹੋਇਆ ਹੈ ਤੇ ਨੇਤਰ ਇਹਦੀਆਂ ਅੱਖਾਂ ਬੜੀਆਂ ਲਹੂ ਲੁਹਾਣ ਭਰੀਆਂ ਪਈਆਂ ਗੁੱਸੇ ਨਾਲ। ਤਜੇ ਸਰਬ ਸੁੰਗ, ਸਾਰੀਆਂ ਸੋਚਾਂ ਛੱਡ ਦਿੱਤੀਆਂ ਵੀ ਹੁਣ ਵਾਪਸ ਨਹੀਂ ਜਾਣਾ ਹੈ ਤੇ ਭੁੱਲ ਹੀ ਗਿਆ ਹੈ। ਉਤੇ ਉੱਠੀਅੰ ਖਾਨ ਖੇਤੰ ਖਤੰਗੰ। ਤੇ ਇੱਧਰ ਜਿਹੜੇ ਦੂਜੇ ਪਾਸੇ ਪਠਾਨ ਹੈ ਉਹ ਵੀ ਜੰਗ ਦੇ ਮੈਦਾਨ ਵਿੱਚ ਖਤੰਗੰ ਕਹੀਏ ਤੀਰ ਜੇ ਲੈ ਕੇ ਉੱਠ ਕੇ ਮੈਦਾਨ ਵਿੱਚ ਆ ਖੜੇ ਹੋਏ। ਮਨੋ ਬਿਹਚਰੇ ਮਾਸ ਹੇਤੰ ਪਿਲੰਗੰ। ਉਹ ਤੇ ਐਵੇਂ ਪ੍ਰਤੀਤ ਹੋ ਰਿਹਾ ਮਾਨੋ ਕਿ ਮਾਸ ਨੂੰ ਖਾਣ ਵਾਸਤੇ ਜਿਹੜੇ ਪਿਲੰਗੰ ਕਈ ਚਿਤਰੇ ਹੈ ਉਹੀਓ ਵਿਚਰ ਰਹੇ, ਤੁਰ ਫਿਰ ਰਹੇ ਹਨ। ਬੱਜੀ ਭੇਰ ਪੁੰਕਾਰ ਤੀਰੰ ਤੜਕੇ। ਐਵੇਂ ਜਿਹੜੀਆਂ ਭੇਰੀਆਂ ਤੂਤੀਆਂ ਉਹ ਭੂੰ ਭੂੰ ਕਰਕੇ ਉੱਥੇ ਵੱਜੀਆਂ ਹਨ ਤੇ ਤੀਰੰਗ ਤੜਕ ਕੇ, ਤੀਰਾਂ ਦੇ ਜਿਹੜੇ ਤੀਰ ਤੜਕ ਤੜਕ ਕਰ ਰਹੇ, ਤੜ ਤੜ ਕਰ ਰਹੇ ਹਨ। ਮਿਲੇ ਹੱਥ ਬੱਥੰ ਕਿਰਪਾਨੰ ਕੜਕੇ। ਸੂਰਮੇ ਇੱਕ ਦੂਜੇ ਨੂੰ ਬੱਥੰ ਕਹੀਏ ਵੱਖੀ ਦੇ ਵਿੱਚ ਹੱਥ ਜੇ ਪਾ ਕੇ ਮਿਲੇ, ਜਿਵੇਂ ਦੋ ਛਿੰਝ ਵਿੱਚ ਭਲਵਾਨ ਲੜਦੇ ਆ, ਵੱਖੀਆਂ ਜਿਹਦੇ ਹੱਥ ਪਾ ਕੇ ਮਿਲੇ ਇੱਕ ਦੂਜੇ ਨੂੰ, ਭਾਵ ਜਫੀਆਂ ਜੀ ਪਾਈਆਂ ਘੁਲ ਪੈਂਦੇ ਆ। ਤੇ ਕਈ ਥਾਵਾਂ ਦੇ ਕਿਰਪਾਨੰ ਕੜਕੇ, ਕਿਰਪਾਨਾਂ ਜਿਹੜੀਆਂ ਕੜਕੜ ਕਰ ਰਹੀਆਂ, ਕੜਕ ਕੜਕ ਕਰਕੇ ਵੱਜਦੀਆਂ ਹਨ। ਬੱਜੇ ਜੰਗ ਨਿਸ਼ਾਨ ਕਥੇ ਕਥੀਰੰ। ਐਵੇਂ ਉੱਥੇ ਨਿਸ਼ਾਨ ਧੌਂਸੇ ਨਗਾਰੇ ਜੰਗ ਵਿੱਚ ਵੱਜੇ ਧੁਕ ਧੁਕ ਕਰਕੇ, ਕੱਥੇ ਕਥੀਰਨ
ਢਾਡੀ ਜਿਹੜੇ ਵਾਰਾਂ ਗਾ ਰਹੇ ਆ ਸੂਰਮਿਆਂ ਦੀਆਂ। ਫਿਰੇ ਰੰਡ ਮੰਡੰ ਤਨੰ ਤਛ ਤੀਰੰ। ਮਹਾਰਾਜ ਕਹਿੰਦੇ ਆ ਵੀ ਰੁੰਡ ਉੱਥੇ ਜਿਹੜੇ ਰੁੰਡ ਹੈ ਆ ਧੜ ਥੱਲੜੇ ਤੇ ਮੁੰਡ ਜਿਹੜੇ ਉਤਲੇ ਸਿਰ ਹਨ ਉਹ ਰੁਲਦੇ ਫਿਰਦੇ ਹੈ। ਅੱਜ ਜਦੋਂ ਸਿਰ ਲੱਥਦਾ ਤੇ ਇੱਕਦਮ ਹੀ ਧੜ ਜਾ ਥੱਲੇ ਡਿੱਗਦਾ ਹੈ ਜਾਂ ਸਿਰ ਲੱਥ ਕੇ ਉਹ ਪੈਂਦਾ ਹੈ। ਐਵੇਂ ਰੁੰਡ ਮੁੰਡ ਤੇ ਉੱਥੇ ਰੁਲਦੇ ਫਿਰ ਰਹੇ ਹੈ। ਤਨੰ ਤਛ ਤੀਰੰ, ਕਈ ਸੂਰਮਿਆਂ ਦੇ ਜਿਹੜੇ ਸਰੀਰ ਹੈ ਉਹ ਤੀਰਾਂ ਦੇ ਨਾਲ ਤਛ ਕਈ ਵਿੰਨੇ ਗਏ ਹੈ, ਛਿੱਲੇ ਗਏ ਹਨ, ਛਾਨਣੀ ਛਾਨਣੀ ਹੋ ਗਏ ਹੈ। ਉੱਠਾ ਟੋਪ ਟੂਕੰ ਗਰਜੇ ਪਰਹਾਰੇ। ਗਰਜੇ ਨਹੀਂ ਗੁਰਜੇ। ਉੱਠੇ ਟੋਪ ਟੂਕੰ ਗੁਰਜੇ ਪਰਹਾਰੇ। ਗੁਰਜ ਮਾਰਦੇ ਆ ਜਦੋਂ ਸੂਰਮੇ ਇੱਕ ਦੂਜੇ ਦੇ, ਤੇ ਉਹ ਲੋਹੇ ਦੇ ਟੋਪ ਜਿਹੜੇ ਆ ਉਹ ਗੁਰਜਾਂ ਦੇ ਵਾਰਾਂ ਦੇ ਵੱਜਣ ਕਰਕੇ ਟੁਕ ਟੁਕ ਹੋ ਰਹੇ ਹੈ। ਟੁਕ ਟੁਕ ਹੋ ਜਾਂਦੇ, ਟੁੱਕੇ ਜਾਂਦੇ ਹੈ, ਜਾਂ ਗੁਰਜ ਮਾਰਦਿਆਂ ਹੀ ਟੋਪ ਜਿਹੜਾ ਟੋਟੇ ਟੋਟੇ ਹੋ ਜਾਂਦਾ, ਦੇ ਵਿੱਚੋਂ ਟੁਕ ਟੁਕ ਦੀ ਆਵਾਜ਼ ਆਉਂਦੀ ਹੈ। ਰੁਲੇ ਲੋਥ ਜਥੰ ਗਿਰੇ ਵੀਰ ਮਾਰੇ। ਜਿਹੜੇ ਸੂਰਬੀਰ ਬਹੁਤੇ ਮਾਰੇ ਉਹ ਗਿਰੇ ਗਏ, ਡਿੱਗੇ ਹੋਏ ਹੈ। ਤੇ ਜੁਥੰ ਉਹਨਾਂ ਦੇ ਜਿਹੜਾ ਸਮੂਹ ਲੋਥਾਂ ਦਾ ਉਹ ਰੁਲ ਰਿਹਾ ਹੈ। ਇਹ ਲੁੱਥ ਪੁੱਥ ਇੱਕ ਦੂਜੇ ਤੇ ਲੋਥ ਚੜੀ ਹੋਈ ਹੈ। ਸੂਰਮੇ ਡਿੱਗੇ ਪਏ ਆ ਤੇ ਰੁਲ ਰਹੀਆਂ ਹਨ। ਨਿਰਘਾਤ ਬੀਰੰ। ਕਿਤੇ ਦੇ ਜਿਹੜੇ ਹੈ ਸੂਰਮਿਆਂ ਦੇ ਜਿਹੜੇ ਸਰੀਰ ਉੱਤੇ ਤਲਵਾਰਾਂ ਨਾਲ ਜ਼ਖਮ ਹੋ ਰਹੇ ਹਨ, ਜਾਂ ਪਰੇ ਘਾਤ ਨਿਰਘਾਤ ਬੀਰੰ। ਕਿਤੇ ਸੂਰਬੀਰ ਨਿਰਘਾਤ ਤੁਰੇ ਫਿਰ ਰਹੇ ਆ ਜੰਗ ਕਰਦੇ, ਤੇ ਕਿਤੇ ਜਿਹੜੇ ਘਾਤ ਕਈ ਜ਼ਖਮੀ ਹੋ ਕੇ ਡਿੱਗੇ ਪਏ ਹਨ। ਜਾਂ ਵੀ ਸੂਰਬੀਰ ਜਿਹੜੇ ਨਿਰਘਾਤ ਜਿਨ੍ਹਾਂ ਨੂੰ ਕੋਈ ਜ਼ਖਮ ਨਹੀਂ ਸੀ, ਉਹਨਾਂ ਦੇ ਜ਼ਖਮ ਹੋਏ ਵਾਰਾਂ ਨਾਲ ਤੇ ਡਿੱਗੇ ਪਏ ਹਨ। ਫਿਰੈ ਰੁੰਡ ਮੰਡੰ ਤਨੰ ਤਛ ਤੀਰੰ। ਗੁਰੂ ਮਹਾਰਾਜ ਕਹਿੰਦੇ ਕਿਤੇ ਧੜ ਕਿਤੇ ਸਿਰ ਤੇ ਉਹ ਪਏ ਹੋਏ ਰੁਲਦੇ ਐ, ਤੇ ਸਰੀਰ ਕਈਆਂ ਦੇ ਤਛ ਕਈ ਤੀਰਾਂ ਨਾਲ ਛਿੱਲੇ ਗਏ ਐ, ਵਿੰਨੇ ਪਏ ਹਨ। ਬਾਹੀ ਬਾਹੋ ਆਘਾਤ ਨਿਰਘਾਤ ਬਾਣੰ। ਸੂਰਮਿਆਂ ਦੀਆਂ ਬਾਹਾਂ ਤੋਂ ਲਗਾਤਾਰ ਤੀਰ ਚੱਲ ਰਹੇ ਹਨ। ਬਹੀ ਬਾਹੋ, ਆ ਬਾਹਾਂ ਦੇ ਨਾਲ ਆਘਾਤ ਕਹੀਏ ਪ੍ਰਹਾਰ, ਬਾਹਾਂ ਦੇ ਨਾਲ ਵਾਰ ਜਿਹੜਾ ਬਾਣ ਤੀਰਾਂ ਦਾ ਨਿਰਘਾਤ ਕਹੀਏ, ਇੱਕ ਰਸ ਬਹੀ ਕਹੀਏ ਹੋ ਰਿਹਾ ਹੈ, ਚੱਲ ਰਹੇ ਤੀਰੇ ਕਰਸ। ਉੱਠੇ ਨਦ ਨਾਦੰ ਕੜਕੇ ਕਿਰਪਾਣੰ। ਕਿਰਪਾਨਾਂ ਕੜਕ ਕੜਕ ਕਰਦੀਆਂ ਹੈ, ਜਿਸ ਕਰਕੇ ਸ਼ਸਤਰਾਂ ਦੇ ਵੱਜਣ ਕਰਕੇ ਨਾਦ ਜਿਹੜਾ ਨਦ ਕਹੀਏ ਆਵਾਜ਼ਾਂ ਹੈ, ਉਹਦਾ ਸ਼ਬਦਾਂ ਦਾ ਆਵਾਜ਼ ਬਹੁਤ ਉੱਠਦਾ ਹੈ। ਛਕੇ ਸ਼ੋਭ ਛਤਰੀ ਤਜੈ ਬਾਣ ਰਾਜੀ। ਛਤਰੀ ਜਿਹੜੇ ਸੂਰਮੇ ਸ਼ੋਭ ਰੋਹ ਗੁੱਸੇ ਨਾਲ ਭਰੇ ਹੋਏ ਐ, ਤਜੇ ਬਾਣ ਰਾਜੀ, ਤੇ ਆਪਣੇ ਘੋੜੇ ਇਹਨਾਂ ਨੇ ਜਿਹੜੇ ਬਾਣ ਤੀਰ ਜਿਹੜੇ ਛੱਡ ਰਹੇ ਹਨ, ਰਾਜੀ ਕਹੀਏ ਇੱਕ ਰਸ। ਕਤਾਰਾਂ ਬੰਨ ਕੇ ਤੀਰ ਛੱਡ ਰਹੇ ਐ, ਜਾਂ ਤਜੇ ਬਾਣ ਰਾਜੀ। ਆ ਜਿਹੜੇ ਆਪਣੇ ਸੂਰਮਿਆਂ ਨੇ ਤੀਰ ਕਈਆਂ ਨੇ ਛੱਡ ਦਿੱਤੇ ਹੈ, ਖਾਲੀ ਹੱਥ ਹਨ। ਬਹੇ ਜਾਹੇ ਖਾਲੀ ਫਿਰੈ ਸ਼ੂਸ਼ ਤਾਜੀ। ਤੀਰ ਛੱਡਦੇ ਐ ਤੇ ਬਹੇ ਜਾਹੇ ਖਾਲੀ, ਕਦੀ ਤਾਂ ਖਾਲੀ ਜਾਂਦੇ ਹਨ ਉਹ ਤੀਰ, ਤੇ ਕਦੀ ਸੂਰਮਿਆਂ ਨੂੰ ਮਾਰ ਕੇ ਘੋੜੇ ਖਾਲੀ ਕਰੀ ਜਾਂਦੇ ਹਨ। ਜਾਂ ਫਿਰੇ ਛੂਛ ਤਾਜੀ, ਜਿਹੜੇ ਘੋੜੇ ਆ ਉਹ ਸੂਰਮਿਆਂ ਤੋਂ ਬਿਨਾਂ ਖਾਲੀ ਫਿਰ ਰਹੇ ਹਨ। ਬਹੇ ਜਾਹੇ ਖਾਲੀ, ਤੇ ਉਹ ਜਿਹੜੇ ਸੂਰਮੇ ਉਹ ਸ਼ਸਤਰਾਂ ਤੋਂ ਬਿਨਾਂ ਖਾਲੀ ਹੋਏ ਜਿਹੜੇ ਬਹੇ ਕਈਏ ਤੁਰੇ ਫਿਰੇ ਜਾਂਦੇ ਹਨ। ਇਸੇ ਤਰ੍ਹਾਂ ਘੋੜਿਆਂ ਤੋਂ ਬਿਨਾਂ ਸੂਰਮੇ ਖਾਲੀ ਤੁਰੀ ਫਿਰੀ ਜਾਂਦੇ ਹਨ। ਕਿਤੇ ਸੂਰਮੇ ਜਿਹੜੇ ਹੈ ਵੀ ਘੋੜੇ ਇਕੱਲੇ ਤੁਰੇ ਫਿਰਦੇ ਆ, ਤੇ ਕਿਤੇ ਸੂਰਮੇ ਇਕੱਲੇ ਤੁਰੇ ਫਿਰਦੇ, ਘੋੜੇ ਨਹੀਂ ਹਨ। ਤੇ ਜਾਂ ਬਹੇ ਜਾਹੇ ਖਾਲੀ, ਜਿਹੜੇ ਸ਼ਸਤਰ ਹਨ ਉਹ ਸ਼ਸਤਰਾਂ ਤੋਂ ਬਿਨਾਂ ਸੂਰਮੇ ਖਾਲੀ ਤੁਰੇ ਫਿਰਦੇ ਜਾਂਦੇ ਹਨ, ਤੇ ਘੋੜੇ ਵੀ ਉਹਨਾਂ ਦੇ ਖਾਲੀ ਤੁਰ ਫਿਰ ਰਹੇ ਹਨ। ਜੁਟੈ ਆਪ ਮੈਂ ਵੀਰ ਬੀਰੰ ਜੁਝਾਰਾ। ਜੁਟੇ ਨਹੀਂ ਜੁਟੇ, ਜੁਟੇ ਆਪ ਮੈਂ।
ਆ ਕਿਤੇ ਜੋਧੇ ਆਪੋ ਵਿੱਚ ਹੀ ਸੂਰਬੀਰ ਜਿਹੜੇ ਆ ਸੂਰਬੀਰਾਂ ਨਾਲ ਜੁਝਾਰੇ ਕਈਏ ਲੜ ਰਹੇ ਹਨ, ਲੜਦੇ ਹੋਏ ਜੁੱਟੇ ਹਨ। ਮਨ ਗਜ ਜੁੱਟੇ ਦੰਤਾਰੇ ਦੰਤਾਰੇ। ਪਿਛਲੀ ਤੁਕ ਦੁਬਾਰਾ ਪੜ। ਜੁੱਟੇ ਆਪ ਮੈਂ ਵੀਰ ਬੀਰੰ ਜੁਝਾਰਾ। ਜੁੱਟੇ ਲਾਵਾਂ ਨਾ ਹੈ, ਜੁਝਾਰੇ ਵੀ ਲਾਵਾਂ ਨਾ। ਆਪੋ ਵਿੱਚ ਸੂਰਬੀਰਾਂ ਨਾਲ ਜੁਝਾਰੇ ਲੜਦੇ ਹੋਏ ਜੁੱਟੇ ਹਨ। ਮਨ ਗਜ ਜੁੱਟੇ ਦੰਤਾਰੇ ਦੰਤਾਰੇ। ਮਾਨੋ ਕਿ ਜਿਹੜੇ ਹਾਥੀ ਹੈ ਦੰਦਾਂ ਵਾਲੇ, ਉਹ ਹਾਥੀ ਦੰਦਾਂ ਵਾਲੇ, ਦੰਤਾਰੇ ਹਾਥੀ ਆਪੋ ਵਿੱਚ ਹੀ ਜਿਹੜੇ ਉਹ ਜੁੱਟੇ ਲੜ ਰਹੇ ਹਨ। ਕਿਦੋ ਸਿੰਘ ਸੋ ਸਾਰ ਦੋਲੰ ਅਰਜੇ। ਅਥਵਾ ਜਿਹੜੇ ਸਿੰਘ ਸ਼ੇਰ ਹੈ, ਸ਼ੇਰ ਹੀ ਸ਼ੇਰਾਂ ਨਾਲ ਉਰਜਿਆ ਹੋਇਆ, ਫਸਿਆ ਹੋਇਆ ਆਪੋ ਵਿੱਚ ਹੀ ਲੜ ਰਹੇ ਹਨ। ਕਿਸੀ ਭਾਂਤ ਕਿਰਪਾਲ ਗੋਪਾਲ ਜੁਝੇ। ਬਸ ਇਸੇ ਤਰ੍ਹਾਂ ਹੁਸੈਨੀ ਖਾਂ ਦੇ ਸਹਾਇਕ ਜਿਹੜਾ ਕਿਰਪਾਲ ਚੰਦ ਹੈ, ਇਹ ਕਿਰਪਾਲ ਚੰਦ ਗੋਪਾਲ ਚੰਦ ਗਲੇਰੀਏ ਨਾਲ ਲੜ ਰਿਹਾ ਹੈ, ਜੁਝੇ ਹੋਏ ਲੜ ਰਹੇ ਹਨ। ਹਰੀ ਸਿੰਘ ਧਾਇਓ ਤਾਂ ਏਕ ਬੀਰੰ। ਉਹ ਤਦੋਂ ਇੱਕ ਯੋਧਾ ਹਰੀ ਸਿੰਘ ਧਾਵਾ ਕਰਕੇ ਹੁਸੈਨੀ ਖਾਂ ਵੱਲੋਂ ਆਇਆ ਹੈ ਬੜੇ ਤੇਜ਼ੀ ਨਾਲ। ਸਹੇ ਦੇਹ ਆਪੰ ਭਲੀ ਭਾਂਤ ਤੀਰੰ। ਉਸ ਨੇ ਆਪਣੀ ਦੇਹ ਦੇ ਉੱਪਰ ਚੰਗੀ ਤਰ੍ਹਾਂ ਜਿਹੜੇ ਤੀਰ ਇਹਨਾਂ ਸਹੇ ਹੈ, ਤੀਰਾਂ ਦੀ ਮਾਰ ਨੂੰ ਸਹਾਰਿਆ ਹੈ, ਤੀਰ ਝੱਲੇ ਦੇ ਉੱਪਰ। ਮਹਾਕੋਪ ਕਾ ਵੀਰ ਬ੍ਰਿੰਦੰ ਸੰਘਾਰੇ। ਫਿਰ ਬਹੁਤ ਗੁੱਸਾ ਕਰਕੇ ਉਹਨੇ ਬਹੁਤੇ ਸੂਰਬੀਰ ਮਾਰੇ ਐ। ਵੱਡ ਜੁੱਧ ਕਾ ਦੇਵ ਲੋਕੰ ਪਧਾਰੇ। ਅਖੀਰ ਨੂੰ ਨਾ ਅੰਤ ਨੂੰ ਬਹੁਤ ਵੱਡਾ ਯੁੱਧ ਕਰਕੇ ਦੇਵ ਲੋਕ ਸਵਰਗਪੁਰੀ ਨੂੰ ਚਲਾ ਗਿਆ। ਹਠਿਓ ਹਿਮਤੰ ਕਿਮਤੰ ਲਾ ਕਿਰਪਾਨੰ। ਫਿਰ ਇਹਨਾਂ ਨੂੰ ਰਾਜਿਆਂ ਵੱਲੋਂ ਇੱਕ ਹਿੰਮਤੀ ਸੂਰਮਾ, ਹਿੰਮਤ ਨਾਮੇ ਕਿਮਤ ਨਾਮੇ ਉਹ ਕਿਰਪਾਨਾਂ ਨੂੰ ਲੈ ਕੇ ਲਏ ਗੁਰਜ ਚੱਲੰ ਸੋ ਜਲਾਲ ਖਾਨੰ। ਉਧਰੋਂ ਜਿਹੜਾ ਹੁਸੈਨੀ ਖਾਂ ਸੀ ਉਹਦੇ ਵੱਲੋਂ ਇੱਕ ਜਲਾਲ ਖਾਂ ਬੜਾ ਤਗੜਾ ਗੁਰਜ ਲੈ ਕੇ ਡਟ ਗਿਆ। ਹਠੇ ਸੂਰਮਾ ਮਤ ਜੋਧਾ ਜੁਝਾਰੰ। ਹੱਠੇ ਜੋ ਸੂਰਮਾ ਬੜਾ ਹਠੀਆ ਸੀ, ਮਸਤ ਤੇ ਜੋਧਾ ਲੜਨ ਵਾਲਾ। ਹਰੀ ਕੁੱਟ ਕੁੱਟੰ ਉੱਠੀ ਸ਼ਸਤਰ ਝਾਰੰ। ਉੱਥੇ ਤੇ ਜਦੋਂ ਜੰਗ ਚੱਲ ਪਿਆ ਬੜੀ ਕੁੱਟਾ ਕੁੱਟ ਪਈ ਹੈ, ਕੁੱਟ ਮਾਰ ਪਈ ਹੈ। ਉੱਠੀ ਸ਼ਸਤਰ ਝਾਰੰ ਤੇ ਸ਼ਸਤਰਾਂ ਦੇ ਚਿਣਗਾਂ ਉੱਠੀਆਂ, ਸ਼ਸਤਰਾਂ ਵਿੱਚ ਚੰਗਿਆੜੇ ਉੱਠੇ, ਲਿਸ਼ਕਾਂ ਉੱਠੀਆਂ ਹੈ। ਰਸਾਵਲ ਛੰਦ ਜਸੰ ਵਾਲ ਧਾਏ। ਜਸੰ ਵਾਲ ਜਿਹੜਾ ਜਸਵਾਲ ਦਾ ਰਾਜਾ ਕੇਸਰੀ ਚੰਦ ਸੀ, ਤਦੋਂ ਉਹ ਵੀ ਦੌੜਿਆ, ਭਾਵ ਜੰਗ ਵੱਲ ਵਧਿਆ। ਤਰੰਗੰ ਨਚਾਏ। ਤੇ ਰਣ ਭੂਮੀ ਵਿੱਚ ਆਇਆ, ਆਪਣੇ ਘੋੜੇ ਨੂੰ ਉਹਨੇ ਨਚਾਇਆ ਹੈ। ਲਇਓ ਘੇਰ ਹੁਸੈਨੀ। ਇਹਨਾਂ ਨੇ ਆ ਕੇ ਜਿਹੜਾ ਹੁਸੈਨੀ ਖਾਂ ਗੁਲਾਮ ਦਿਲਾਵਰ ਖਾਂ ਦਾ ਨੂੰ ਘੇਰ ਲਿਆ। ਹਰਿਓ ਸੰਗ ਪੈਨੀ। ਬੜੀ ਪੈਨੀ ਕੀ ਤਿੱਖੀ ਬਰਸ਼ੀ ਮਾਰੀ ਹੁਸੈਨੀ ਖਾਂ ਦੀ ਵੱਖੀ ਦੇ ਵਿੱਚ। ਤਿਨੋਂ ਬਾਣ ਬਾਹੇ। ਅੱਗੋਂ ਹੁਸੈਨੀ ਪਠਾਨ ਕਿਹੜਾ ਘੱਟ ਵੀ ਸੂਰਮਾ ਸੀ। ਹੁਸੈਨੀ ਖਾਂ ਨੇ ਬੜੇ ਤੀਰ ਬਾਹੇ ਕਈਏ ਚਲਾਏ। ਵੱਡੇ ਸਨ ਗਾਹੇ। ਬਹੁਤੀ ਦੁਸ਼ਮਣਾ ਆਪਣਿਆਂ ਦੀ ਸੈਨਾ ਗਾਹੇ ਲਤਾੜ ਦਿੱਤੀ, ਦਬਾ ਦਿੱਤੀ ਹੈ। ਜਿਸ ਅੰਗ ਲਾਗਿਓ। ਇਹ ਹੁਸੈਨੀ ਖਾਂ ਇੰਨਾ ਖਿੱਚ ਕੇ ਤੀਰ ਮਾਰਦਾ ਜਿਹੜੇ ਸੂਰਮੇ ਦੇ ਅੰਗ ਨੂੰ ਲੱਗਿਆ। ਤਿਸੈ ਪ੍ਰਾਣ ਤਿਆਗਿਓ। ਉਹਨੇ ਨਹੀਂ ਪ੍ਰਾਣ ਬਚਾਏ, ਇਹਨੇ ਪ੍ਰਾਣਾਂ ਨੂੰ ਛੱਡ ਦਿੱਤਾ, ਲੋਕ ਪਰਲੋਕ ਨੂੰ ਸੁਧਾਰ ਗਿਆ। ਜਬੈ ਘਾਵ ਲਾਗਿਓ। ਜਦੋਂ ਹੀ ਮਹਾਰਾਜ ਕਹਿੰਦੇ ਜਦੋਂ ਸੂਰਮੇ ਨੂੰ ਜ਼ਖਮ ਲੱਗਦਾ ਸੀ ਨਾ, ਵਾਰ ਲੱਗਦਾ ਸੀ, ਤਬੈ ਕੋਪ ਜਾਗਿਓ। ਤਦੋਂ ਇਹਨਾਂ ਦਾ ਆਪੋ ਵਿੱਚ ਹੀ ਬੜਾ ਕ੍ਰੋਧ ਜਾਗਦਾ, ਵੱਧਦਾ ਸੀ। ਸੰਭਾਰੀ ਕਮਾਣੰ। ਉਸ ਵੇਲੇ ਸੂਰਮਿਆਂ ਨੇ ਫਿਰ ਕਮਾਣਾ ਸੰਭਾਲੀਆਂ ਆਪਣੀਆਂ। ਰਸਾ ਵੀਰ ਬਾਣੰ। ਤੇ ਵੀਰ ਰਸ ਦੇ ਵਿੱਚ ਤੀਰ ਜਿਹੜੇ ਉਹ ਚਲਾਉਂਦੇ ਹਨ। ਰਸੈ ਵੀਰ ਬਾਣ
ਨਹੀਂ ਹਣੇ ਵੀਰ ਬਾਣ ਗਲਤ ਪਾਠ ਤੇ ਹਣੇ ਵੀਰ ਬਾਣ ਇਹ ਸੂਰਬੀਰ ਬਾਣ ਹਣੇ ਕਈਏ ਮਾਰਦੇ ਹਨ ਚਲਾਉਂਦੇ ਐ ਚਹੋਂ ਔਰ ਢੂਕੇ ਚੌਹਾਂ ਪਾਸਿਆਂ ਤੋਂ ਯੋਧੇ ਦੇ ਢੁੱਕੇ ਅੱਗੇ ਵਧੇ ਐ ਮੁਖੰ ਮਾਰ ਕੂਕੇ ਇਹ ਮੂੰਹੋਂ ਮਾਰ ਲੋ ਛੱਡਣਾ ਨਹੀਂ ਐ ਐਵੇਂ ਪੁਕਾਰਾਂ ਕਰਦੇ ਆਖਦੇ ਨਿਰਭੈ ਸ਼ਸਤਰ ਬਾਹੈ ਸੂਰਮੇ ਨੂੰ ਕਿਸੇ ਦਾ ਡਰ ਨਹੀਂ ਆਪੋ ਵਿੱਚ ਵੀ ਮੇਰੀ ਬਾਹ ਨਾ ਵੱਢੀ ਜਾਏ ਮੇਰਾ ਕਿਤੇ ਮੇਰੇ ਤੇ ਵਾਰ ਨਾ ਹੋ ਜਾਏ ਮਹਾਰਾਜ ਕਹਿੰਦੇ ਸੂਰਮੇ ਸੂਰਮਤਾਈ ਕਰ ਰਹੇ ਐ ਨਿਰਭੈ ਹੋ ਕੇ ਸ਼ਸਤਰ ਵਾਹੁੰਦੇ ਚਲਾਉਂਦੇ ਹਨ ਦੋ ਜੀਤ ਚਾਹੈ ਦੋਵੇਂ ਤਰਫਾਂ ਤੋਂ ਇਧਰੋਂ ਸੈਨੀ ਖਾਂ ਕਿਰਪਾਲ ਚੰਦ ਹੋਣੀ ਉਧਰੋਂ ਗੋਪਾਲ ਚੰਦ ਹੋਣੀ ਭਾਵ ਦੋਵੇਂ ਤੇਰੀ ਜਿੱਤ ਚਾਹੁੰਦੇ ਆ ਵੀ ਮੈਂ ਜਿੱਤਾਂ ਉਹ ਕਹਿੰਦਾ ਮੈਂ ਜਿੱਤਾਂ ਰਿਸੇ ਖਾਨ ਜ਼ਾਦੇ ਇਧਰੋਂ ਖਾਨ ਪਠਾਣਾ ਦੇ ਪੁੱਤਰ ਜਿਹੜੇ ਐ ਉਹ ਵੀ ਬੜੇ ਰਿਸੇ ਕਈ ਕ੍ਰੋਧ ਵਿੱਚ ਆਏ ਐ ਮਹਾਮਦ ਮਾਦੇ ਬਹੁਤ ਮਦ ਕਈਏ ਹੰਕਾਰ ਦੇ ਵਿੱਚ ਮਾਦੇ ਕਈਏ ਮਸਤ ਹੋ ਗਏ ਐ ਮਹਾਬਾਣ ਬਰਖੇ ਫਿਰ ਤੇ ਕੀ ਹੋਇਆ ਵੀ ਬਹੁਤ ਇੱਥੇ ਤੀਰ ਵਰਖੇ ਤੀਰਾਂ ਦਾ ਤੇ ਮੀਂਹ ਵਾਛੜੀ ਪੈ ਗਈ ਸਰ ਨਿਕਲਦੇ ਹਨ ਸਭੈ ਸੂਰ ਹਰਖੇ ਸਾਰੇ ਜਿਹੜੇ ਸੂਰਮੇ ਐ ਉਹ ਬੜੇ ਖੁਸ਼ ਹੋ ਰਹੇ ਐ ਆ ਡਰ ਨਹੀਂ ਹੈ ਮੌਤ ਦਾ ਕਿਸੇ ਨੂੰ ਪ੍ਰਸੰਨ ਚਿੱਤ ਹੋ ਕੇ ਲੜ ਰਹੇ ਹਨ ਕਰੈ ਬਾਣ ਅਰਚਾ ਇਸ ਤਰ੍ਹਾਂ ਮਾਰੇ ਅਲੰਕਾਰ ਬੰਨਿਆ ਜਿਹੜਾ ਤੀਰਾਂ ਦਾ ਚਲਾਉਣਾ ਹੈ ਇਹ ਮਾਨੋ ਪੂਜਾ ਹੋ ਰਹੀ ਹੈ ਧਨਰ ਵੇਦ ਚਰਚਾ ਜਿਹੜਾ ਹੈ ਧਨਰ ਕਮਾਣਾ ਦਾ ਜਿਹੜੀ ਟੰਕਾਰ ਹੈ ਜਿਹੜੇ ਕਮਾਣਾ ਵਿੱਚੋਂ ਤੀਰ ਛੱਡਣੇ ਆ ਇਹ ਵੇਦ ਚਰਚਾ ਹੋ ਰਹੀ ਗਿਆਨ ਚਰਚਾ ਹੋ ਰਹੀ ਹੈ ਸੋ ਸਾੰਗੰ ਸਮਾਲੰ ਨਿਸ਼ਾਨੇ ਬਨ ਕੇ ਬਰਸ਼ੀਆਂ ਸੰਭਾਲਦੇ ਆ ਮਾਰਨ ਲਈ ਕਰੈ ਤੌਨ ਠਾਮੰ ਤਦੋਂ ਉਸ ਜਗ੍ਹਾ ਕੋਈ ਸ਼ਸਤਰ ਦੀ ਸੰਭਾਲ ਕਰਦਾ ਹੈ ਕਰੇ ਤੋਂ ਠਾਮੰ ਉਸ ਥਾਂ ਦੇ ਉੱਪਰ ਬਰਸ਼ੀਆਂ ਨੂੰ ਸੰਭਾਲ ਲਿਆਣਾ ਕੀਤਾ ਹੈ ਬਲੀ ਬੀਰ ਰੁੱਜਾ ਬਹਾਦਰ ਜਿਹੜੇ ਯੋਧੇ ਸੂਰਬੀਰ ਬੜੇ ਬਲੀ ਐ ਉਹ ਜੰਗ ਵਿੱਚ ਰੁੱਝੇ ਲੜ ਰਹੇ ਹਨ ਸਮੋਹੇ ਸ਼ਸਤਰ ਜੁਜੇ ਸਮੂਹ ਸ਼ਸਤਰ ਜੁੱਜੇ ਆਮੋ ਸਾਹਮਣੇ ਹੋ ਕੇ ਸ਼ਸਤਰ ਲੈ ਕੇ ਜੁੱਜੇ ਕਈਏ ਲੜ ਰਹੇ ਹਨ ਲੱਗਾ ਧੀਰ ਧੱਕੇ ਜਦੋਂ ਘਮਸਾਨ ਦਾ ਜੋਧੀ ਮੱਚਿਆ ਧੀਰਜ ਵਾਲੇ ਸੂਰਮਿਆਂ ਨੂੰ ਵੀ ਧੱਕੇ ਲੱਗੇ ਐ ਕਿਰਪਾਣੰ ਚਨਕਾ ਕਿਰਪਾਣਾ ਜਿਹੜੀਆਂ ਐ ਉਹਨਾਂ ਦੀ ਝਣਕੇ ਚਣਕਾ ਕਈ ਉਹਨਾਂ ਦੀ ਝਣਕਾਰਾਂ ਪੈ ਰਹੀਆਂ ਐ ਚਮਕਾਂ ਉੱਠ ਰਹੀਆਂ ਚਿਨਗਾਂ ਉੱਠ ਰਹੀਆਂ ਚੰਗਿਆੜੇ ਨਿਕਲਦੇ ਜਦੋਂ ਵੱਜਦੀਆਂ ਇੱਕ ਦੂਜੇ 'ਚ ਕੜਕਾ ਕਮਾਣਾ ਵਿੱਚੋਂ ਤੀਰ ਛੁੱਟਦੇ ਆ ਤੇ ਕਮਾਣਾ ਕੜਕ ਕਰਦੀਆਂ ਹਨ ਝਣਕਾ ਕਿਰਪਾਣਾ ਜਿਹੜੀਆਂ ਹੈ ਝਣਕੇ ਕਹੀਏ ਉਹ ਕਿਰਪਾਣਾ ਵਿੱਚੋਂ ਛਣਕਾਰ ਨਿਕਲਦੀ ਹੈ ਜਾਂ ਲਿਸ਼ਕ ਨਿਕਲਦੀ ਹੈ ਕੜਕਾਰ ਛੁੱਟਾ ਹਥਿਆਰਾਂ ਦੀ ਜਿਹੜੀ ਕੜਕੜ ਦੀ ਆਵਾਜ਼ ਹੋ ਰਹੀ ਹੈ ਜਾਂ ਕੜਕਾਰ ਤੀਰ ਕੜਕ ਕਰਕੇ ਛੁੱਟਦੇ ਹੈ ਝਣਕਾਰ ਉੱਠਾ ਤਲਵਾਰਾਂ ਜਦੋਂ ਵੱਜਦੀਆਂ ਨਾ ਝਣਕਾਰ ਛਣਕਾਰ ਉੱਠਦੀ ਹੈ ਝਣਕਾਰ ਕਈ ਚਮਕ ਉੱਠਦੀ ਹੈ ਇਸੇ ਤਰ੍ਹਾਂ ਝਣਕਾਰ ਉੱਠੈ ਚਿਣਗਾਂ ਉੱਠਦੀਆਂ ਚੰਗਿਆੜੇ ਉੱਠਦੇ ਹੈ ਹਠੀ ਸ਼ਸਤਰ ਝਾਰ ਹਠੀ ਜਿਹੜੇ ਨਾ ਸੂਰਮੇ ਜਿਹੜੇ ਪਿੱਛੇ ਨਾ ਹਟਣ ਵਾਲੇ ਹਿੱਕ ਤਾਣ ਕੇ ਲੜਨ ਵਾਲੇ ਉਹ ਸ਼ਸਤਰਾਂ ਨੂੰ ਝਾੜਦੇ ਐ ਚਲਾਉਂਦੇ ਐ ਨਾ ਸ਼ੰਕਾ ਵਿਚਾਰ ਮਨ ਵਿੱਚ ਮਰਨ ਦੀ ਕੋਈ ਸ਼ੰਕਾ ਨਹੀਂ ਵਿਚਾਰਦੇ ਵੀ ਘਰ ਪਿੱਛੇ ਕੋਈ ਹੈ ਸਿੱਧੇ ਹੋ ਕੇ ਲੜ ਰਹੇ ਹਨ ਕਰਾ ਤੀਰ ਮਾਰੰ ਐਵੇਂ ਕਿਤੇ ਤੇ ਤੀਰਾਂ ਦੀ ਮਾਰ ਕਰਦੇ ਸੂਰਮੇ ਤੀਰ ਛੱਡਦੇ ਹਨ ਫਿਰੈ ਲੋਹ ਧਾਰੰ ਉੱਥੇ ਤੇ ਲੋਹੇ ਦੀ ਧਾਰ ਹੀ ਫਿਰ ਰਹੀ ਹੈ ਭਾਵ ਸ਼ਸਤਰ ਧਾਰ ਕੇ ਤੁਰੇ ਫਿਰਦੇ ਆਕੜੇ ਵੇਰੇ ਨਦੀ ਸਰਾਨ ਪੂਰੰ
ਰਣ ਭੂਮੀ ਦੇ ਵਿੱਚ ਨਦੀ, ਖੂਨ ਦੀ ਤੇ ਨਦੀ ਮਾਨੋ ਭਰ ਗਈ ਹੈ, ਖੂਨ ਹੀ ਖੂਨ ਹੋ ਗਿਆ, ਇੱਥੇ ਗੜੁੱਚੂ ਹੋ ਗਈ ਜ਼ਮੀਨ। ਫਿਰੈ ਗਣ ਹੂਰਾਂ ਉਧਰ ਜਿਹੜੀਆਂ ਹੂਰਾਂ ਆ, ਪਛਰਾਂ ਆ, ਉਹ ਕਾਸ਼ ਵਿੱਚ ਤੁਰੀਆਂ ਫਿਰਦੀਆਂ ਸੂਰਮਿਆਂ ਨੂੰ ਵਰਨ ਵਾਸਤੇ। ਉਭੇ ਖੇਤ ਪਾਲੰ ਦੋਵਾਂ ਪਾਸਿਆਂ ਦੇ ਜਿਹੜੇ ਸੂਰਮੇ ਆ ਉਹ ਜੰਗ ਦੇ ਮੈਦਾਨ ਦੀ ਪਾਲਣਾ ਕਰ ਰਹੇ ਆ, ਕੋਈ ਪਿੱਛੇ ਨਹੀਂ ਹਟਣਾ ਚਾਹੁੰਦਾ। ਬਕੇ ਬਿਕਰਾਲ ਬਕੇ ਬਿਕਰਾਲੰ ਇਹ ਸੂਰਮੇ ਆਪੋ ਵਿੱਚ ਹੀ ਬੜਾ ਨਾ ਬਿਕਰਾਲੰ ਕਹੀਏ ਭਿਆਨਕ ਬੋਲ ਰਹੇ, ਇੱਕ ਦੂਜੇ ਦੇ ਨਾਲ ਅੱਖਾਂ ਜੀਆਂ ਕੱਢ ਕੇ ਬੁੱਲ ਜੇ ਟੋਕੇ ਤੇ ਇੱਕ ਦੂਜੇ ਨੂੰ ਲਲਕਾਰਾ ਮਾਰਦੇ ਹਨ। ਪੜ ਅੱਗੇ। ਪਾਦੜੀ ਛੰਦ ਤਹ ਹੜ ਹੜਾਏ ਹੱਸੇ ਮਸਾਣ। ਮੈਦਾਨ ਵਿੱਚ ਐਸੀ ਜੰਗ ਮੱਚ ਗਈ ਹੈ ਜਿਸ ਕਰਕੇ ਮਸਾਨ ਭੂਤ ਪ੍ਰੇਤ ਜਿਹੜੇ ਮੁਰਦੇ ਹੈ ਉਹ ਹੜ ਹੜਾ ਕੇ ਹੱਸੇ, ਹੜ ਹੜ ਕਰਦੇ ਹੱਸੇ ਹੈ। ਲਿਟੇ ਗਜਿੰਦਰ ਛੁਟਾ ਕੇ ਕਾਣ। ਗਜਿੰਦਰ ਜਿਹੜੇ ਹਾਥੀ ਹੈ ਉਹ ਵੀ ਲਿਟੇ ਹੋਏ ਰੁਲ ਰਹੇ ਹੈ। ਕਿਕਾਨ ਕਿ ਘੋੜੇ ਜਿਹੜੇ ਆ ਖੁੱਲੇ ਫਿਰਦੇ, ਛੁੱਟੇ ਫਿਰਦੇ, ਕੋਈ ਸੂਰਮਾ ਨਹੀਂ, ਐਵੇਂ ਹੀ ਹਿਣਕਦੇ ਫਿਰਦੇ ਹਨ। ਜੁਟੇ ਸੋ ਵੀਰ ਤਹ ਕੜਕ ਜੰਗ। ਜੁਟੇ ਸੋ ਵੀਰ ਤਹ ਕੜਕ ਜੰਗ, ਉੱਥੇ ਸੂਰਬੀਰ ਆਪੋ ਵਿੱਚ ਜੁਟੇ ਹੋਏ ਆ, ਲੜਦੇ ਬੜੀ ਤਹ, ਉੱਥੇ ਕੜਕ 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 ਜੰਗ ਮੱਚੀ, ਕੜਾਕੀ ਜੰਗ, ਖੜਕਾਰਾ ਬੜਾ ਹੋ ਰਿਹਾ ਹੈ। ਛੁੱਟੀ ਕਿਰਪਾਨ ਭੁੱਠੇ ਖਤੰਗ। ਛੁੱਟੀ ਕਿਰਪਾਨ, ਛੁੱਟੀ ਕਿਰਪਾਨ ਪਰ ਛੁੱਟੀ ਕਿਰਪਾਨ ਭੁੱਠੇ ਖਤੰਗ। ਤਲਵਾਰਾਂ ਛੁੱਟ ਰਹੀਆਂ ਚੱਲ ਰਹੀਆਂ ਤੇ ਤੀਰ ਵਰਸ ਰਹੇ, ਮੀਂਹ ਪੈ ਰਿਹਾ ਮਾਨੋ। ਡਾਕਨ ਡਹਕ ਚਾਵੜ ਚਿਕਾਰ। ਡਾਕਨ ਜਿਹੜੀ ਡੈਣਾ ਉਹ ਡਹਿਕ ਕਹੀਏ ਬੋਲ ਰਹੀਆਂ, ਚਾਵੜ ਜਿਹੜੀਆਂ ਚੜੇਲਾਂ ਚੀਕਾਂ ਮਾਰੀਆਂ, ਚੀਕ ਚਹਾੜਾ ਪਾਇਆ ਹੋਇਆ ਉਹਨਾਂ। ਕਾਕੰਕ ਹੱਕ ਬੱਜਾ ਦਧਾਰ। ਦੋ ਧਾਰ ਕਾਕੰ ਜਿਹੜੇ ਕਾਂ ਆ ਉਹ ਕਹਕ ਕਹਕ ਕਰੇ ਪਾਓ, ਕਾਂ ਕਾਂ ਕਰ ਰਹੇ ਐ, ਦੋ ਧਾਰੇ ਖੰਡੇ ਵੱਜਦੇ ਐ ਟਨ ਟਨ ਕਰਕੇ। ਖੋਲੰ ਖੜਕ ਤੁਪਕ ਤੜਾਕ। ਜਿਹੜੇ ਟੋਪ ਹੈ ਸਿਰ ਦੇ ਲੋਹੇ ਦੇ ਇਹਨਾਂ ਦੇ ਸੂਰਮਿਆਂ ਦੇ, ਉਹ ਖੜਕ ਕਹੀਏ ਉਹਨਾਂ ਦਾ ਖੜਾਕਾ ਹੋ ਰਿਹਾ ਜਦੋਂ ਉਹਨਾਂ ਦੇ ਟੋਪ ਤੇ ਸ਼ਸਤਰ ਵੱਜਦਾ ਜਾਂ ਡਿੱਗਦੇ ਐ। ਤੇ ਤੁਬਕ ਤੜਾਕ ਜਿਹੜੀ ਤੁਬਕ ਬੰਦੂਕ ਵਿੱਚੋਂ ਤੜ ਤੜ ਕਰਕੇ ਬੰਦੂਕਾਂ ਚੱਲ ਰਹੀਆਂ ਹਨ। ਸੈਥੰ ਸੜਕ ਧੱਕੰ ਤਹਾਕ। ਸੈਥੰ ਜਿਹੜੀਆਂ ਬਰਸ਼ੀਆਂ ਉਹ ਸੜਰ ਸੜਰ ਕਰਦੀਆਂ ਹੈ, ਧੱਕੰ ਤਹਾਕ। ਸੂਰਮੇ ਕੀ ਕਰਦੇ ਹੋ, ਬਰਸ਼ੀਆਂ ਸਰ ਸਰ ਕਰਦੀਆਂ ਮਾਰਦੇ ਹੈ ਤੇ ਧੱਕੰ ਧੱਕਾ ਜਿਹਾ ਲਾ ਕੇ ਧੱਕਦੇ ਹਨ ਇੱਕ ਦੂਸਰੇ ਨੂੰ। ਭੁਜੰਗ ਛੰਦ ਤਹਾ ਆਪ ਕੀਨਾ ਹੁਸੈਨੀ ਉਤਾਰੰ। ਫਿਰ ਇਹਨਾਂ ਨੂੰ ਉੱਥੇ ਜਿਹੜਾ ਹੁਸੈਨੀ ਹੈ, ਹੁਸੈਨੀ ਖਾਂ ਗੁਲਾਮ, ਉਹਨੇ ਫਿਰ ਆਪ ਉਤਾਰਾ ਕੀਤਾ, ਜੰਗ ਵਿੱਚ ਨਿੱਤਰ ਆਇਆ ਆਪ ਹੀ। ਸਭੂ ਹਾਥ ਬਾਣੰ ਕਮਾਣੰ ਸੰਭਾਰੰ। ਸਭੂ ਨਹੀਂ, ਸਭੋ ਹਾਥ, ਦੁਬਾਰਾ ਪੜ੍ਹ। ਸਭੋ ਹਾਥ ਬਾਣੰ ਕਮਾਣੰ ਸੰਭਾਰੰ। ਉਸਨੇ ਸਾਰਿਆਂ ਤੇਰੇ ਸੂਰਮਿਆਂ ਸਾਰਿਆਂ ਨੇ ਵੀ ਜਿਹੜੇ ਹੱਥਾਂ ਵਿੱਚ ਤੀਰ ਕਮਾਨ ਸੰਭਾਲ ਲਏ ਹਨ। ਰੁਪੇ ਖਾਨ ਖੂਨੀ ਕਰ ਲਾਗ ਜਦੰ। ਖੂਨੀ ਜਿਹੜੇ ਪਠਾਨ ਹੈ ਉਹ ਆਪਣੇ ਪੈਰ ਜੇ ਗੱਡ ਕੇ, ਰੁਪਏ ਕਈ ਰੁਕ ਗਏ ਹੈ, ਪੈਰ ਗੱਡ ਕੇ ਖਲੋ ਗਏ ਮੈਦਾਨ ਵਿੱਚ। ਕਰੈ ਲਾਗ ਜੁਦੰ, ਜੁੱਧ ਜਿਹੜਾ ਕਰਨ ਲੱਗ ਪਏ ਤਗੜਿਆਂ ਹੋ ਕੇ। ਮੁਖੰ ਰਕਤ ਨੈਣੰ ਭਰੇ ਸੂਰ ਕ੍ਰੋਧੰ। ਸੂਰਮੇ ਜਿਹੜੇ ਬੜੇ ਕ੍ਰੋਧ ਨਾਲ ਭਰੇ ਹੋਏ ਆ, ਮੂੰਹ ਵੀ ਲਾਲ, ਨੇਤਰ ਵੀ ਲਾਲ, ਬੜਾ ਕ੍ਰੋਧ ਚੜਿਆ ਹੋਇਆ ਹੈ। ਜਗਿਓ ਜੰਗ ਜਾਲਮ ਸੋ ਜੋਦੰ ਜੁਝਾਰੰ। ਗੁਰੂ ਸਾਹਿਬ ਕਹਿੰਦੇ ਖਾਲਸਾ ਜੀ ਐਵੇਂ ਜ਼ਾਲਮ ਜਿਹੜਾ ਮੌਤ ਵਾਲਾ ਜੰਗ ਨਾ ਉਹ ਜਗਿਆ ਸ਼ੁਰੂ ਹੋ ਗਿਆ ਹੋਰ ਬੜਾ। ਸੋ ਜੋਧੰ ਜੁਝਾਰੰ, ਜੋਧੇ ਜਿਹੜੇ ਆ ਸੂਰਮੇ ਬੜੇ ਲੜਾਕੇ ਲੜ ਰਹੇ ਐ। ਬਹੇ ਬਾਣ ਬਾਂਕੇ ਬਰਛੀ ਦੋ ਧਾਰੰ। ਤੀਰ ਬਾਂਕੇ ਜਿਹੜੇ ਸੂਰਮੇ ਜਵਾਨ ਉਹ ਬਾਣ ਤੀਰ ਬਾਹੁੰਦੇ ਚਲਾਉਂਦੇ ਹੈ
ਬਰਛੀਆਂ ਚਲਾਉਂਦੇ ਆ, ਦੋ ਧਾਰੇ ਖੰਡੇ ਚਲਾਉਂਦੇ ਹਨ। ਮਿਲੇ ਬੀਰ ਬੀਰੰ ਮਹਾ ਧੀਰ ਬੰਕੇ। ਜਿਹੜੇ ਵੀਰ ਬੀਰੰ ਸੂਰਬੀਰ ਸੂਰਬੀਰ ਨੂੰ ਐ ਸਿੱਧੇ ਹੋ ਕੇ ਮਿਲੇ ਐ ਇੱਕ ਦੂਜੇ ਨਾਲ ਲੜਨ ਲਈ, ਤੇ ਮਹਾਧੀਰ ਬੰਕੇ ਬਹੁਤ ਜਿਹੜੇ ਧੀਰਜਵਾਨ ਬੰਕੇ ਜਵਾਨ ਹਨ। ਧਕਾ ਧਕ ਸਾਥੰ ਕਿਰਪਾਣੰ ਚਨਕੇ। ਕਿਰਪਾਨਾਂ ਵਿੱਚੋਂ ਚਿਨਗਾਂ ਨਿਕਲਦੀਆਂ ਜਾਂ ਛਣਕਾਰਾਂ ਛਣ ਛਣ ਨਿਕਲਦੀਆਂ, ਉਹ ਟਨ ਟਨ ਕਰਦੀਆਂ ਤਲਵਾਰਾਂ। ਤੇ ਧਕਾ ਧਕ ਸੈਥੰ ਸੈਥੀ ਨਾਲ ਧੱਕਾ ਜਾ ਲਾ ਕੇ ਬਰਛੀ ਨਾਲ ਧੱਕਦੇ ਹੈ, ਜਾਂ ਧੱਕਾ ਕਹੀਏ ਜ਼ੋਰ ਨਾਲ, ਸੈਥੀ ਦੇ ਨਾਲ ਜ਼ੋਰ ਜਾ ਲਾ ਕੇ ਧੱਕਦੇ ਇੱਕ ਦੂਸਰੇ ਨੂੰ। ਭਏ ਢੋਲ ਟੰਕਾਰ ਨਦ ਨਫੀਰੰ। ਢੋਲਾਂ ਦੇ ਜਿਹੜੀ ਨਾ ਉੱਥੇ ਕੜਕੁੱਟ ਜੀ ਹੋ ਰਹੀ ਹੈ, ਢੋਲ ਢਮ ਢਮ ਕਰਦੇ ਵੱਜ ਰਹੇ ਹੈ। ਨਫੀਰੀਆਂ ਤੂਤੀਆਂ ਦਾ ਬੜਾ ਆਵਾਜ਼ਾ ਹੋ ਰਿਹਾ, ਤੂਤੀਆਂ ਵੱਜ ਰਹੀਆਂ ਹਨ। ਉੱਠੇ ਬਾਹੋ ਆਘਾਤ ਗੱਜੈ ਸੋ ਬੀਰੰ। ਸ਼ਸਤਰਾਂ ਦੇ ਵਾਰਾਂ ਦੀ ਆਵਾਜ਼ ਉੱਠ ਰਹੀ ਹੈ। ਬਾਹੋ ਆ ਜਿਹੜੇ ਬਾਹਾਂ ਦੇ ਨਾਲ ਜਿਹੜੇ ਸ਼ਸਤਰ ਮਾਰਦੇ ਨਾ, ਆਘਾਤ ਵਾਰ ਕਰਦੇ, ਉਸ ਨਾਲ ਆਘਾਤ ਕਈ ਆਵਾਜ਼ਾਂ ਉੱਠਦਾ ਹੈ। ਵੀ ਗੱਜੇ ਸੋ ਬੀਰ ਸੂਰਬੀਰ ਬੜਾ ਗੱਜ ਰਹੇ ਹਨ। ਨਭੰ ਨਦ ਨਿਸ਼ਾਨ ਬੱਜੇ ਅਪਾਰੰ। ਨਿਸ਼ਾਨ ਨਵੰ ਨਵੰ ਬਹੁਤ ਉੱਥੇ ਜਿਹੜੇ ਹੈ ਨਿਸ਼ਾਨ ਨਗਾਰੇ ਵੱਜੇ, ਜਿਨ੍ਹਾਂ ਦਾ ਆਵਾਜ਼ਾ ਨਵੇਂ ਤੋਂ ਨਵਾਂ ਉੱਠਦਾ ਹੈ। ਰੁਲੇ ਤਛ ਮੁਛੰ ਉੱਠੀ ਸ਼ਸਤਰ ਝਾਰੰ। ਰੁਲੇ ਤਛ ਮੁਛੰ ਉੱਠੀ ਸ਼ਸਤਰ ਧਾਰੰ। ਤੇ ਸਤਿਗੁਰੂ ਕਹਿੰਦੇ ਜਿਸ ਕਰਕੇ ਕੱਟੇ ਵੱਡੇ ਹੋਏ ਉੱਥੇ ਜਵਾਨ ਰੁਲ ਰਹੇ ਹੈ। ਉੱਠੀ ਸ਼ਸਤਰ ਝਾਰੰ ਸ਼ਸਤਰਾਂ ਵਿੱਚੋਂ ਚਮਕਾਂ ਉੱਠਦੀਆਂ, ਲਿਸ਼ਕਾਂ ਚਿਨਗਾਂ ਉੱਠਦੀਆਂ ਹਨ। ਟਕਾ ਟਕ ਟੋਪੰ ਟਕਾ ਟਕ ਟਕਾ ਟੁਕ ਢਾਲੰ। ਝਾਰੰ ਦਾ ਅਰਥ ਚੰਗਿਆੜੇ ਵੀ ਹੁੰਦਾ। ਸ਼ਸਤਰਾਂ ਵਿੱਚ ਚੰਗਿਆੜੇ ਉੱਠਦੇ ਜਦੋਂ ਵੱਜਦੇ ਆਪੋ ਵਿੱਚ ਹੀ। ਟਕਾ ਟੁਕ ਟੋਪੰ ਟਕਾ ਟੁਕ ਢਾਲੰ। ਤੇ ਟੋਪੀਆਂ ਜਿਹੜੇ ਟੋਪ ਲੋਹੇ ਦੇ ਉਹ ਟੁਕ ਟੁਕ ਹੋ ਕੇ ਟੋਟੇ ਟੋਟੇ ਹੋ ਕੇ ਡਿੱਗ ਪਏ ਹੈ, ਜਾਂ ਟਕਾ ਟੁਕ ਦੀ ਆਵਾਜ਼ ਆਉਂਦੀ ਜਦੋਂ ਉੱਤੇ ਲੋਹੇ ਦੇ ਜੋ ਟੋਪ ਹਨ। ਤੇ ਟਕਾ ਟੁਕ ਢਾਲੰ ਢਾਲਾਂ ਦੀ ਜਿਹੜੀ ਟੁਕ ਟੁਕ ਦੀ ਆਵਾਜ਼ ਆਉਂਦੀ ਜਦੋਂ ਤੇ ਤਲਵਾਰ ਵੱਜਦੀ, ਟਕ ਟਕ ਕਰਦੀਆਂ ਢਾਲਾਂ। ਮਹਾਬੀਰ ਥਾਨੈਤ ਬਨੈਤ ਮਹਾਬੀਰ ਬਨੈਤ ਬੰਕੇ ਬਿਕਰਾਲੰ। ਜਿਹੜੇ ਮਹਾਬੀਰ ਕਹੀਏ ਸੂਰਮੇ ਹੈ, ਉਹ ਬੰਕੇ ਬੜੇ ਜਵਾਨ ਹਨ, ਬਣੇ ਠਣੇ ਹੋਏ, ਬੜੇ ਭਿਆਨਕ ਰੂਪ ਵਾਲੇ ਹੋ ਰਹੇ, ਦੇਖੇ ਨਹੀਂ ਜਾ ਰਹੇ। ਨੱਚੇ ਬੀਰ ਬੈਤਾਲਿਅੰ ਭੂਤ ਪ੍ਰੇਤੰ। ਉੱਥੇ ਸ਼ਿਵ ਜੀ ਦੇ ਜਿਹੜੇ ਵੀਰ ਹੈ ਉਹ ਵੀ ਨੱਚੇ ਹੈ, ਭੂਤਾਂ ਦੇ ਸਰਦਾਰ ਬੈਤਾਲ ਵੀ ਨੱਚੇ ਹੈ, ਭੂਤ ਵੀ ਨੱਚੇ, ਪ੍ਰੇਤ ਵੀ ਨੱਚੇ ਹੈ। ਨੱਚੀ ਡਾਕਣੀ ਜੋਗਣੀ ਉਰਦ ਹੇਤੰ। ਡਾਕਣੀ ਡੈਣ ਵੀ ਨੱਚੀ ਹੈ, ਜੋਗਣੀਆਂ ਵੀ ਨੱਚੀਆਂ ਹਨ ਜਿਹੜੀਆਂ ਖੂਨ ਪੀਂਦੀਆਂ ਹੈ। ਉਰਦ ਹੇਤੰ ਸ਼ਿਵ ਜੀ ਜਿਹੜਾ ਹੈ ਉਹ ਵੀ ਨੱਚਿਆ ਹੈ। ਛੁੱਟੀ ਜੋਗ ਤਾਰੀ ਮਹਾਰੁਦਰ ਜਾਗੇ। ਸ਼ਿਵ ਜੀ ਦੀ ਦੇ ਜੰਗ ਵਿੱਚ ਇਹ ਜਿਹੜੀ ਜੰਗ ਹੋ ਰਹੀ, ਜੰਗ ਨੂੰ ਵੇਖ ਕੇ ਸਤਿਗੁਰੂ ਕਹਿੰਦੇ ਸ਼ਿਵ ਜੀ ਦੀ ਤੇ ਜਿਹੜੀ ਜੋਗ ਤਾਰੀ ਸਮਾਧੀ ਲੱਗੀ ਸੀ ਉਹ ਵੀ ਛੁੱਟ ਗਈ ਹੈ, ਤੇ ਮਹਾ ਸ਼ਿਵ ਜੀ ਜਾਗੇ ਆ ਜੰਗ ਵੇਖਣ ਲਈ। ਡੱਗਿਓ ਧਿਆਨ ਬ੍ਰਹਮੰ ਸਭ। ਹਾਂ ਠੀਕ। ਡੱਗਿਓ ਧਿਆਨ ਬ੍ਰਹਮੰ ਸਭੈ ਸਿੱਧ ਭਾਗੇ। ਬ੍ਰਹਮਾ ਦਾ ਧਿਆਨ ਵੀ ਡੱਗਿਓ ਕਈ ਡੋਲ ਗਿਆ, ਸਾਰੇ ਸਿੱਧਨਾਥ ਭੱਜ ਗਏ। ਐਸਾ ਜੰਗ ਇਹ। ਹਸੇ ਕਿੰਨਰੰ ਜਛ ਵਿਦਿਆ ਤਰਯੰ। ਜਿਹੜੇ ਕਿੰਨਰ ਨਿਰਤਕਾਰੀ ਕਰਨ ਵਾਲੇ ਦੇਵਤਿਆਂ ਦੀ, ਇਹ ਵੀ ਦੇਵਤੇ ਕਿਸਮ ਦੇ, ਇਹ ਵੀ ਹੱਸੇ ਹੈ। ਕੁਬੇਰ ਦੇ ਸੇਵਕ ਜਛ ਇਹ ਜੰਗ ਵੇਖ ਕੇ ਉਹ ਵੀ ਹੱਸੇ ਹੈ। ਵਿਦਿਆ ਧਰ ਦੇਵਤੇ ਉਹ ਵੀ ਹੱਸੇ ਹਨ। ਨੱਚੀ ਅਛਰਾ ਪਛਰਾ ਚਾਰਣਿਅੰ। ਅਛਰਾ ਕਹੀਏ ਅਪਛਰਾ ਦੇਵਤਿਆਂ ਦੀਆਂ ਘਰ ਵਾਲੀਆਂ ਉਹ ਵੀ ਨੱਚੀਆਂ ਹਨ। ਪਛਰਾ ਕਹੀਏ ਜਿਹੜੀਆਂ ਖੰਭਾਂ ਵਾਲੀਆਂ ਪਰੀਆਂ ਉਹ ਵੀ ਨੱਚੀਆਂ। ਚਾਰਣਿਅੰ ਜਿਹੜੀਆਂ ਗਾਇਬੀ ਹੈ ਪਰੀਆਂ
ਉਹ ਵੀ ਨੱਚੀਆਂ ਹਨ, ਜਾਂ ਚਾਰਨਿਕ ਦੇ ਜਿਹੜੇ ਬੰਦੀ ਖਾਨੇ ਵਾਲੀਆਂ ਹਨ ਉਹ ਵੀ ਨੱਚੀਆਂ ਹਨ। ਪਰਿਓ ਘੋਰ ਜੁਦੰ ਸੋ ਸੈਨਾ ਪਰਾਨੀ। ਬੜਾ ਉੱਥੇ ਘੋਰ ਹੀ ਯੁੱਧ ਮਚਿਆ ਤੇ ਹੁਸੈਨੀ ਖਾਂ ਦੀ ਸੈਨਾ ਪਰਾਨੀ ਭੱਜ ਗਈ, ਨਸ ਉੱਠੀ। ਤਹਾਂ ਖਾਂ ਹੁਸੈਨੀ ਮੰਡਿਓ ਬੀਰਬਾਨੀ। ਪਰ ਹੁਸੈਨੀ ਜਿਹੜਾ ਸੂਰਮਾ ਨਹੀਂ ਨਾ ਹਾਰਦਾ, ਇਹ ਜਿਹੜਾ ਬੀਰਬਾਨੀ, ਵੀਰਾਂ ਦਾ ਬਾਨੀ ਇਹਦਾ ਮੋਢੀ ਹੁਸੈਨੀ ਖਾਂ, ਇਹ ਫਿਰ ਉੱਥੇ ਆ ਕੇ ਨੇ ਮੰਡਿਓ ਕੇ ਜੰਗ ਨੂੰ ਘੋਸ਼ਿਤ ਕੀਤਾ, ਸ਼ੁਰੂ ਕਰਿਆ ਫਿਰ ਤਗੜਿਆਂ ਹੋ ਕੇ। ਉਤੈ ਬੀਰ ਧਾਏ ਸੋ ਬੀਰੰ ਜਸਵਾਰੰ। ਉਧਰ ਜਸਵਾਲੀਆ ਸੂਰਬੀਰ ਉਹ ਵੀ ਧਾਵਾ ਕਰਕੇ ਅੱਗੇ ਵਧਿਆ ਲੜਨ ਲਈ। ਸਭੈ ਬਿਉਤ ਡਾਰੇ ਬੱਗਾ ਸੇ ਅਸਵਾਰੰ। ਬੱਗਾ ਕਹੀਏ ਜਿਹੜਾ ਦਰਜੀ ਹੈ, ਜਿਵੇਂ ਦਰਜੀ ਕੱਪੜੇ ਨੂੰ ਬਿਉਂਤ ਕਹੀਏ ਕੱਟ ਕੇ ਲੀਰਾਂ 'ਚ ਲਾ ਕੇ ਸੁੱਟੀ ਜਾਂਦਾ ਨਾ, ਇਸੇ ਤਰ੍ਹਾਂ ਹੀ ਉਹ ਸੂਰਬੀਰ ਜਸਵਾਲੀਆ ਤੇ ਹੁਸੈਨੀ ਖਾਂ ਇਹ ਦੋਵੇਂ ਇੱਕ ਦੂਸਰੇ ਦੇ ਘੋੜ ਸਵਾਰਾਂ ਨੂੰ ਕੱਟ ਕੇ ਕੱਪੜੇ ਤਰ੍ਹਾਂ ਲਾ ਸੁੱਟੀ ਜਾਂਦੇ ਹੇਠਾਂ। ਤਹਾਂ ਖਾਂ ਹੁਸੈਨੀ ਰਹਿਓ ਇੱਕ ਠਾਂਡੰ। ਉਸ ਜੰਗ ਵਿੱਚ ਤੇ ਮਹਾਰਾਜ ਕਹਿੰਦੇ ਪਠਾਣਾ ਵਿੱਚੋਂ ਨਾ ਹੁਸੈਨੀ ਖਾਂ ਹੀ ਇੱਕ ਇਕੱਲਾ ਖੜਿਆ ਰਿਹਾ ਤਗੜਿਆਂ ਹੋ ਕੇ। ਮਨੋ ਜੁਧ ਖੰਭੰ ਰਣੰ ਭੂਮ ਗਾਡੰ। ਮਾਨੋ ਕਿ ਯੁੱਧ ਦੇ ਰਣ ਭੂਮੀ ਦੇ ਵਿੱਚ ਜਿਵੇਂ ਖੰਭਾ ਗੱਡਿਆ ਹੋਵੇ, ਹੁਸੈਨੀ ਖਾਂ ਤੇ ਖੰਭਾ ਬਣ ਕੇ ਗੱਡਿਆ ਰਿਹਾ ਉੱਥੇ। ਜਿਸੈ ਕੋਪ ਕਾ ਹਠੀ ਬਾਣ ਮਾਰਿਓ। ਇਹ ਹੁਸੈਨੀ ਖਾਂ ਜਿਸ ਉੱਪਰ ਹੀ ਗੁੱਸਾ ਜਾ ਕਰਕੇ ਹਠੀਆ ਮਾਰਦਾ ਹੈ ਨਾ ਤੀਰ ਵਿੰਨ ਕੇ। ਤਿਸੇ ਛੇਦ ਕਾ ਪੈਲ ਪਾਰੇ ਤਿਸੇ ਛੇਦ ਕੈ ਪੇਲ। ਤਿਸੇ ਛੇਦ ਕਾ ਪੇਲ ਪਾਰੇ ਪਧਾਰਿਓ। ਤਿਸੇ ਛੇਦ ਕੈ ਪੈਲ ਪਾਰੇ ਪਧਾਰਿਓ। ਉਸ ਨੂੰ ਛੇਦ ਕੇ ਕਹੀਏ ਵਿੰਨ ਕੇ ਪਾਰ ਪੈ ਕੇ ਪਾਰ ਨਿਕਲ ਜਾਂਦਾ ਹੈ। ਸਹੇ ਬਾਣ ਸੂਰੰ ਸਭ ਆਨ ਢੁਕੇ। ਸੂਰਮਿਆਂ ਨੇ ਬਹੁਤ ਜਿਹੜੇ ਹੁਸੈਨੀ ਖਾਂ ਨੇ ਆਪਣੇ ਸਰੀਰ ਉੱਤੇ ਬਹੁਤ ਤੀਰ ਸਹੇ ਹੈ ਆਪਣੀ ਦੇਹ ਤੇ ਸਾਰੇ ਜਿਹੜੇ ਹੈ ਆਣ ਕੇ ਦੇ ਨੇੜੇ ਢੁੱਕ ਗਏ। ਚਾਹੂੰ ਔਰਤੇ ਮਾਰ ਕੂਕੈ। ਚਾਹਾਂ ਪਾਸਿਆਂ ਤੋਂ ਹੁਸੈਨੀ ਖਾਂ ਨੂੰ ਮਾਰ ਲਓ, ਇਹਨੇ ਕੋਈ ਪਹਾੜੀਆ ਲੁੱਟਣਾ ਛੱਡਿਆ ਨਹੀਂ, ਇਹਨੇ ਬੜੀ ਅੱਤ ਚੁੱਕੀ ਹੈ, ਮਾਰ ਲਓ ਦੀਆਂ ਆਵਾਜ਼ਾਂ ਹੋਈਆਂ, ਕੂਕੇ ਪੁਕਾਰੇ ਹੈ, ਆਵਾਜ਼ਾਂ ਕੱਢੀਆਂ ਸਭ ਨੇ। ਭਲੀ ਭਾਂਤ ਸੋ ਅਸਤਰ ਔ ਸ਼ਸਤਰ ਝਾਰੇ। ਚੰਗੀ ਤਰ੍ਹਾਂ ਨਾਲ ਇਹ ਹੁਸੈਨੀ ਖਾਂ ਨੇ ਜਿਹੜਾ ਹੈ ਅਸਤਰ ਆ ਜਿਹੜੇ ਛੱਡ ਕੇ ਚਲਾਉਣ ਵਾਲੇ ਚੱਕਰ ਆਦਿਕ ਹੁੰਦੇ ਸ਼ਸਤਰ ਹਥਿਆਰ, ਇਹ ਅਸਤਰ ਤੇ ਸ਼ਸਤਰ ਜਿਹੜੇ ਤਲਵਾਰ ਹੱਥ 'ਚ ਲੈ ਕੇ ਮਾਰੀ ਦੀ ਹੈ, ਇਹ ਜਿਹੜੇ ਬਰਸ਼ੀ ਆਦਿਕ ਇਹ ਸ਼ਸਤਰ ਝਾੜੇ ਛੱਡੇ ਆ, ਜੰਗ ਕੀਤਾ ਇਹਨਾਂ ਨਾਲ। ਗਿਰੇ ਭਿਸਤ ਕੋ ਖਾਹੋ ਸੈਨੀ ਸਿਧਾਰੇ। ਖਾਹੋ ਨਹੀਂ, ਗਿਰੇ ਭਿਸਤ ਕੋ ਖਾਹੋ ਸੈਨੀ ਸਿਧਾਰੇ। ਇਵੇਂ ਅੰਤ ਨੂੰ ਲੜਦਿਆਂ ਹੁਸੈਨੀ ਖਾਂ ਗਿਰੇ ਧਰਤੀ 'ਤੇ ਡਿੱਗ ਪਿਆ ਤੇ ਭਿਸਤ ਕਹੀਦਾ ਸਵਰਗ ਨੂੰ ਇਹ ਚਲਾ ਗਿਆ ਸੀ। ਦੋਹਰਾ ਜਬਾ ਹੁਸੈਨੀ ਜੁਝਿਓ। ਜਦੋਂ ਇਹ ਹੁਸੈਨੀ ਖਾਂ ਜੁਝਿਓ ਲੜਦਾ ਜੁਝਿਓ ਕਹੀਏ ਸ਼ਹੀਦ ਹੋ ਗਿਆ। ਭਇਓ ਸੂਰ ਮਨ ਰੋਸ। ਉਹਦੇ ਸੈਨਾਪਤੀ ਸੂਰਮਿਆਂ ਵਿੱਚ ਬੜਾ ਰੋਸ ਭਰ ਗਿਆ। ਭਾਜ ਚੱਲੇ ਅਵਰ ਸਭ। ਤੇ ਹੋਰ ਤਾਂ ਸਾਰੇ ਮੈਦਾਨ ਛੱਡ ਕੇ ਭੱਜ ਚੱਲੇ ਸਨ। ਉੱਠਿਓ ਕਟੋਚਨ ਜੋਸ। ਪਰ ਜਿਹੜਾ ਕਟੋਚਨ ਕਹੀਏ ਕਟੋਚੀਆ ਸੀ ਕਿਰਪਾਲ ਚੰਦ ਹੁਸੈਨੀ ਖਾਂ ਦੇ ਨਾਲ ਹੀ, ਇਹ ਫਿਰ ਇਹਨੂੰ ਬੜਾ ਜੋਸ਼ ਉੱਠਿਆ, ਇਹ ਬੜੇ ਗੁੱਸੇ ਨਾਲ ਭਰਿਆ। ਇਹ ਗੋਪਾਲ ਚੰਦ ਨੂੰ ਕਹਿੰਦਾ ਮੈਂ ਛੱਡਣਾ ਨਹੀਂ ਹੈ। ਐਵੇਂ ਕਿਰਪਾਲ ਚੰਦ ਵੀ ਮੈਂ ਗੋਪਾਲ ਚੰਦ ਨੂੰ ਛੱਡਣਾ ਨਹੀਂ। ਕਿਰਪਾਲ ਚੰਦ ਸਿੱਧਿਆਂ ਹੋ ਕੇ ਫਿਰ ਇਹਨੂੰ ਬੜਾ ਜੋਸ਼ ਉੱਠਿਆ ਤੇ ਹੁਸੈਨੀ ਖਾਂ ਦੇ ਜਿਹੜੇ ਸੂਰਮੇ ਹੈ ਉਹਨਾਂ ਨੂੰ ਬੜਾ ਰੋਸ ਉੱਠਿਆ। ਕੋਈ ਤੇ ਜਿਹੜੇ ਭੱਜ ਚੱਲੇ, ਪਰ ਕਿਰਪਾਲ ਚੰਦ ਜਿਹੜਾ ਉਹ ਸਿੱਧਾ ਹੋ ਗਿਆ। ਜਿਵੇਂ ਅੱਗੇ ਪ੍ਰਸੰਗ ਕਥਾ ਦਾ ਆਵੇਗਾ ਆਪਾਂ ਕੱਲ੍ਹ ਸਰਵਣ ਕਰਾਂਗੇ। ਹੁਣ ਇੱਥੇ ਆਪਾਂ ਸਮਾਪਤੀ ਕਰੀਏ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਹੈ, ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਹੈ, ਵਿਚਾਰਾਂ ਦੀ ਸਮਾਪਤੀ। ਜਬ ਹੁਸੈਨੀ ਜੁਝਿਓ ਭਇਓ ਸੂਰ ਮਨ ਰੋਸ। ਭਾਜ ਚੱਲੇ ਅਵਰ ਸਭ
ਉਠਿਓ ਕਟੋਚਨ ਜੋਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।